ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਇੰਟਰਨੈਸ਼ਨਲ ਅਪਡੇਟਸ। ਵੋਟਰਸ ਨਵੰਬਰ 5 ਵਾਸਤੇ ਇਕੱਠੇ ਕਰ ਲਓ। ਇਹ ਕਮਲਾ ਹੈਰਿਸ ਤੇ ਡੋਨਲਡ ਟਰੰਪ ਇਕੱਠੇ ਕਰਦੇ ਪਏ ਨੇ। ਜਿੱਤਣਾ ਹੈ ਬਈ, ਕੋਈ ਛੋਟੀ ਮੋਟੀ ਗੱਲ ਥੋੜਾ ਹੈ। ਪ੍ਰੈਜ਼ੀਡੈਂਟ ਆਫ ਅਮਰੀਕਾ ਜਾਂ ਯੂਨਾਈਟਿਡ ਸਟੇਟਸ, ਵਾਈਟ ਹਾਊਸ, ਵੱਡੇ ਵੱਡੇ ਨਾਮ। ਯੈਸ, ਸੋ ਵੋਟਰਸ ਅਮਰੀਕਾ ਦੀ ਧਰਤੀ ਤੇ ਵੀ ਹੈਗੇ ਨੇ, ਵੋਟਰਸ ਬਾਹਰ ਵੀ ਹੈਗੇ ਨੇ, ਕਿਉਂਕਿ ਅਮਰੀਕਾ ਦੇ ਕਈ ਸਿਟੀਜ਼ਨਸ ਦੂਜੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ, ਜਾਂ ਪ੍ਰਵਾਸੀ ਲੋਕ ਵੀ ਹੈਗੇ ਨੇ ਉਹਦੇ ਵਿੱਚ, ਤੇ ਪ੍ਰੋਪਰ ਅਮਰੀਕਨਸ ਵੀ ਕਿਤੇ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਮਲਟੀਨੈਸ਼ਨਲ, ਤੇ ਉਹ ਦੂਸਰੇ ਦੇਸ਼ਾਂ ਵਿੱਚ ਵੀ ਵੱਸਦੇ ਪਏ ਨੇ। ਉਹਨਾਂ ਦੀਆਂ ਵੋਟਸ ਵੀ ਉਹ ਵੀ ਲੈ ਕੇ ਆਉਣੀਆਂ ਨੇ। ਯੂਨਾਈਟਿਡ ਕਿੰਗਡਮ ਦੇ ਵਿੱਚ, ਇੰਗਲੈਂਡ ਦੇ ਵਿੱਚ ਗਏ ਹੋਏ ਸੀ ਨੈਂਸੀ ਪੈਲੋਸੀ ਥੋੜ੍ਹੇ ਦਿਨ ਪਹਿਲਾਂ, ਔਰ ਉੱਥੇ ਵੀ ਜਾ ਕੇ ਵੋਟਰਸ ਨੂੰ ਇੰਪੈਕਟ ਕਰਨ ਦੀ ਕੋਸ਼ਿਸ਼, ਕਨਵਿੰਸ ਕਰਨ ਦੀ ਕੋਸ਼ਿਸ਼, ਇਹ ਤਮਾਮ ਗੱਲਾਂ ਚੱਲਦੀਆਂ ਨੇ। ਸੋ ਕਮਲਾ ਹੈਰਿਸ ਵੱਲੋਂ ਵੀ ਵੋਲੰਟੀਅਰਸ ਗਏ ਹੋਣਗੇ, ਵੱਡੇ ਵੱਡੇ ਲੀਡਰਸ ਗਏ ਹੋਣਗੇ, ਤੇ ਡੋਨਲਡ ਟਰੰਪ ਵੱਲੋਂ ਵੀ ਗਏ ਹੋਣਗੇ। ਸੋ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ ਵਿੱਚ, ਉਹਨਾਂ ਦੀਆਂ ਵੋਟਾਂ ਵੀ ਲੈ ਕੇ ਆਉਣੀਆਂ ਨੇ ਇਕੱਠੀਆਂ ਕਰਕੇ। ਹੁਣ ਹੋਇਆ ਕਿ ਜੋ ਯੂਨਾਈਟਿਡ ਕਿੰਗਡਮ ਦੀ ਪਾਰਟੀ ਹੈ ਨਾ, ਲੇਬਰ ਪਾਰਟੀ, ਉਹ ਉੱਥੋਂ ਦੇ ਕੁਝ ਲੋਕ ਆ ਰਹੇ ਨੇ ਤੇ ਕਮਲਾ ਹੈਰਿਸ ਨੂੰ ਸਪੋਰਟ ਕਰਦੇ ਪਏ ਨੇ। ਨਾਟ ਓਫੀਸ਼ੀਅਲੀ, ਉਹ ਪਾਰਟੀ ਵੱਲੋਂ ਨਹੀਂ, ਲੇਬਰ ਪਾਰਟੀ ਵੱਲੋਂ ਨਹੀਂ, ਇੰਡੀਵਿਜੂਅਲ ਲੈਵਲ ਦੇ ਉੱਤੇ। ਵੈਸੇ ਉਸ ਪਾਰਟੀ ਨੂੰ ਜੁਆਇਨ ਕੀਤਾ ਹੋਇਆ ਲੇਬਰ ਪਾਰਟੀ ਦੇ ਲੋਕ ਨੇ, ਉਸ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ, ਉਦੋਂ ਦੇ ਮੈਂਬਰਸ ਨੇ, ਬਟ ਪਾਰਟੀ ਵੱਲੋਂ ਨਹੀਂ, ਆਪਣੇ ਇੰਡੀਵਿਜੂਅਲ ਤੌਰ 'ਤੇ ਆ ਰਹੇ ਨੇ। ਤਾਂ ਡੋਨਲਡ ਟਰੰਪ ਦੇ ਕੈਂਪ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹ ਸਾਡੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕਰਦੇ ਪਏ ਨੇ, ਔਰ ਕੰਪਲੇਂਟ ਕੀਤੀ ਹੈ। ਇਲੈਕਸ਼ਨ ਦੇ ਜਿਹੜੇ ਵੱਡੇ ਵੱਡੇ ਬੌਸਿਸ ਨੇ ਇਹਨਾਂ ਡਿਪਾਰਟਮੈਂਟਸ ਦੇ, ਇਲੈਕਸ਼ਨ ਵਾਚਡੌਗ, ਉਹਨਾਂ ਨੂੰ ਕੰਪਲੇਂਟ ਕੀਤੀ ਆ ਕਿ ਹੈਰਿਸ, ਟਿਮ ਵਾਲਜ਼, ਉਹਨਾਂ ਦੀ ਕੈਂਪੇਨ ਜਿਹੜੀ ਆ, ਉਸ ਨੂੰ UK ਦੀ ਲੇਬਰ ਪਾਰਟੀ ਜਿਹੜੀ ਆ ਸਪੋਰਟ ਕਰਦੀ ਪਈ ਆ। ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਦਖਲ ਅੰਦਾਜ਼ੀ ਦੇਖੀ ਜਾਏ ਕਿ ਲੇਬਰ ਪਾਰਟੀ ਵੱਲੋਂ ਅਮਰੀਕਾ ਦੀਆਂ ਵੋਟਾਂ ਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ। ਇਸ ਕੰਪਲੇਂਟ ਨੂੰ ਐਂਟਰਟੇਨ ਕੀਤਾ ਜਾਵੇ ਔਰ ਇਹਦੇ ਖਿਲਾਫ ਬਣਦਾ ਐਕਸ਼ਨ ਲਿਆ ਜਾਵੇ ਕਾਨੂੰਨੀ ਤੌਰ ਦੇ ਉੱਤੇ। ਇਹ ਜੀ ਕੰਪਲੇਂਟ ਹੋ ਗਈ ਹੈ। ਸੋ ਇਹ ਮੀਡੀਆ ਰਿਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਮੈਂਸ਼ਨ ਹੋਇਆ ਕਿ ਹੁਣ ਇਹਦਾ ਕੀ ਬਣੇਗਾ, ਕੀ ਨਹੀਂ ਬਣੇਗਾ। ਸੋ ਮੀਡੀਆ ਰਿਪੋਰਟਸ ਇਸ ਕੈਂਪੇਨ ਬਾਰੇ ਕਹਿੰਦੇ ਨੇ ਕਿ ਜੋ ਇੱਥੇ ਆਏ ਨੇ ਉਹ ਵੋਲੰਟਰੀਅਲ ਲਈ ਆਏ ਨੇ, ਵੋਲੰਟੀਅਰਸ ਨੇ, ਪਾਰਟੀ ਵੱਲੋਂ ਨਹੀਂ ਆਏ। ਪਾਰਟੀ ਸਪੋਰਟ ਨਹੀਂ ਕਰ ਰਹੀ। ਹੁਣ ਮੈਂ ਕਿਸੇ ਪਾਰਟੀ ਦਾ ਮੈਂਬਰ ਹੋਵਾਂ, ਤੁਸੀਂ ਕਿਸੇ ਪਾਰਟੀ ਦੇ ਮੈਂਬਰ ਹੋਵੋ, ਕਿਸੇ ਨੂੰ ਜਾ ਕੇ ਤੁਸੀਂ ਸਪੋਰਟ ਕਰ ਸਕਦੇ ਹੋ ਇੰਡੀਵਿਜੂਅਲ ਤੌਰ 'ਤੇ, ਪਾਰਟੀ ਦੇ ਵੱਲੋਂ ਨਹੀਂ ਕਰ ਸਕਦੇ, ਔਰ ਇਹੀ ਉਹ ਕਰਦੇ ਪਏ ਨੇ। ਇਸ ਕਰਕੇ ਇਹ ਇਲੀਗਲ ਕਿੱਦਾਂ ਹੋ ਸਕਦਾ? ਡੋਨਲਡ ਟਰੰਪ ਦਾ ਕੰਮ ਕਹਿੰਦਾ ਕਿ ਇਹ ਇਲੀਗਲ ਆ। ਇਹ ਕੰਟਰੀਬਿਊਟ ਕਰਦੇ ਪਏ ਨੇ ਇੰਡੀਵਿਜੂਅਲੀ, ਨਾਟ ਪਾਰਟੀ ਵੱਲੋਂ, ਆਫੀਸ਼ੀਅਲੀ ਨਹੀਂ। ਸੋ ਇਸ ਕਰਕੇ ਇਹ ਇਲੀਗਲ ਨਹੀਂ ਹੋ ਸਕਦਾ। ਜੋ ਲੇਬਰ ਪਾਰਟੀ ਦੇ ਐਕਟੀਵਿਸਟਸ ਵੀ ਹੈਗੇ ਨੇ, ਉਹ ਆਏ ਹੋਏ ਨੇ ਕੈਂਪੇਨ ਵਾਸਤੇ, ਪਰਸਨਲ ਲੈਵਲ 'ਤੇ ਆਏ ਹੋਏ ਨੇ। ਇਸ ਕਰਕੇ ਇਹਦੇ ਵਿੱਚ ਲੇਬਰ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ, ਨਾ ਹੀ ਉਹਨਾਂ ਵੱਲੋਂ ਕੋਈ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਗਈ ਹੈ। ਕੋਈ ਬੰਦਾ ਪਰਸਨਲੀ ਜਾ ਕੇ ਕਮਲਾ ਹੈਰਿਸ ਨੂੰ ਸਪੋਰਟ ਕਰਨਾ ਚਾਹੁੰਦਾ, ਇਟਸ ਓਕੇ। ਸੋ ਹੁਣ ਇਸ ਗੱਲ ਨੂੰ ਜੇ ਲਾਅ ਦੇ ਮੁਤਾਬਿਕ ਦੇਖਿਆ ਜਾਵੇ ਤਾਂ ਉਹ ਇੱਦਾਂ ਕਿ ਜਿਹੜੀਆਂ US ਇਲੈਕਸ਼ਨਸ ਨੇ, ਉਹਨਾਂ ਦੇ ਲਾਅਜ਼ ਦੇ ਮੁਤਾਬਿਕ ਜੇ ਕਿਸੇ ਨੂੰ ਪੇਮੈਂਟ ਨਹੀਂ ਦਿੱਤੀ ਜਾਂਦੀ ਉਹਦੀਆਂ ਸਰਵਿਸਿਜ਼ ਦੇ ਬਦਲੇ, ਤਾਂ ਉਸ ਨੂੰ ਕੰਸੀਡਰ ਨਹੀਂ ਕੀਤਾ ਜਾਏਗਾ ਲੀਗਲੀ ਜਾਂ ਇਲੀਗਲ ਹੈ। ਨੋ, ਇਹ ਤਾਂ ਇੱਕ ਗਿਫਟ ਹੈ। ਉਹ ਗਿਫਟ ਤੁਹਾਡੀ ਪ੍ਰੈਜ਼ੈਂਸ ਆ, ਔਰ ਤੁਸੀਂ ਕਿਸੇ ਵਾਸਤੇ ਪਬਲਿਸਿਟੀ ਕਰਦੇ ਪਏ ਹੋ। ਇਸ ਕਰਕੇ ਪੇ ਨਹੀਂ ਕਰਦੇ, ਪੇਮੈਂਟ ਤੋਂ ਬਿਨਾਂ ਆਏ ਹੋਏ ਨੇ ਉਹ ਸਾਰੇ ਜਾਣੇ ਸਪੋਰਟ ਕਰਨ ਵਾਸਤੇ, ਔਰ ਪੇਮੈਂਟ ਕੀਤੀਆਂ ਵੀ ਨਹੀਂ ਜਾ ਸਕਦੀਆਂ, ਕਿਉਂਕਿ ਜੇ ਇਸ ਤਰ੍ਹਾਂ ਦੀ ਕੋਈ ਗੇਮ ਖੇਡਣੀ ਹੋਵੇ ਤਾਂ ਤੁਹਾਨੂੰ ਪਹਿਲਾਂ ਡਿਕਲੇਅਰ ਕਰਨਾ ਪਏਗਾ। ਜੋ ਇਲੈਕਸ਼ਨ ਕਮਿਸ਼ਨਸ ਨੇ, ਜੋ ਇਲੈਕਸ਼ਨਸ ਦੀਆਂ ਸਾਰੀਆਂ ਬਾਡੀਜ਼ ਨੇ, ਉਹਨਾਂ ਨੂੰ ਪਹਿਲਾਂ ਕਲੀਅਰ ਕਰਨਾ ਪਏਗਾ ਕਿ ਅਸੀਂ ਇਹ ਗੇਮ ਖੇਡਦੇ ਪਏ ਹਾਂ। ਪਰ ਜਦੋਂ ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ, ਕੋਈ ਰਜਿਸਟ੍ਰੇਸ਼ਨਸ ਨਹੀਂ ਹੈ, ਨਥਿੰਗ ਇਜ਼ ਦੇਅਰ, ਕੋਈ ਵੀ ਕੈਂਪੇਨ ਕਰਨ ਵਾਸਤੇ ਪਰਸਨਲ ਕੈਪੈਸਿਟੀ ਦੇ ਵਿੱਚ ਆ ਰਿਹਾ, ਤਾਂ ਉਸ ਨੂੰ ਤੁਸੀਂ ਐਕਿਊਜ਼ ਨਹੀਂ ਕਰ ਸਕਦੇ, ਉਸ ਨੂੰ ਤੁਸੀਂ ਕਿਸੇ ਤਰ੍ਹਾਂ ਨਾਲ ਮੁਜਰਿਮ ਨਹੀਂ ਠਹਿਰਾ ਸਕਦੇ ਕਿ ਉਹਨੇ ਕੋਈ ਇਲੀਗਲ ਐਕਟੀਵਿਟੀ ਕੀਤੀ ਹੈ, ਇਸ ਕਰਕੇ ਉਹ ਕਸੂਰਵਾਰ ਹੈ ਤੇ ਕਾਨੂੰਨ ਦੇ ਮੁਤਾਬਿਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਵੀ ਡੇਂਜਰਸ ਚੀਜ਼ ਨਹੀਂ ਹੈ, ਕੋਈ ਵੀ ਖਤਰਾ ਨਹੀਂ ਹੈ। ਇਸ ਕਰਕੇ ਨਾ ਤਾਂ ਲੇਬਰ ਪਾਰਟੀ ਦਾ ਕੋਈ ਲੈਣਾ ਦੇਣਾ ਹੈ, ਤਾਂ ਨਾ ਲੇਬਰ ਪਾਰਟੀ ਦੇ ਲੋਕਾਂ ਦਾ ਕੋਈ ਲੈਣਾ ਦੇਣਾ ਹੈ। ਇੰਡੀਵਿਜੂਅਲ ਤੌਰ 'ਤੇ ਕੋਈ ਵੀ ਆ ਸਕਦਾ ਹੈ। ਵੈਲਕਮ। ਸੋ ਦਿਸ ਇਜ਼ ਦ ਥਿੰਗ।
ਹੁਣ ਇਸ ਚੀਜ਼ ਨੂੰ ਤੁਸੀਂ ਕਿੱਦਾਂ ਉਛਾਲਦੇ ਪਏ ਹੋ, ਕਿੱਦਾਂ ਮਤਲਬ ਕੈਂਪ ਵੱਲੋਂ, ਜੋ ਡੋਨਲਡ ਟਰੰਪ ਦਾ ਕੈਂਪ ਹੈ ਉਹਦੇ ਵੱਲੋਂ ਕੋਈ ਵੀ ਪੁਆਇੰਟ ਐਸਾ ਨਹੀਂ ਛੱਡਿਆ ਜਾ ਰਿਹਾ ਜਿਹੜਾ ਕਮਲਾ ਹੈਰਿਸ ਦੇ ਖਿਲਾਫ ਐਪਲਾਈ ਨਾ ਕੀਤਾ ਜਾ ਸਕੇ। ਸੋ ਇਹ ਗੱਲਾਂ ਹੁਣ ਧਿਆਨ ਦੇਣ ਯੋਗ ਹੈਗੀਆਂ ਵੀ ਨੇ, ਔਰ ਕਈ ਵਾਰ ਲੱਗਦਾ ਯਾਰ ਐਵੇਂ ਫਿਜ਼ੂਲ ਦੀ ਗੱਲ ਦਾ ਤੁਸੀਂ ਰੱਫੜ ਪਾ ਕੇ ਬੈਠੇ ਹੋਏ ਹੋ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਅਸੀਂ ਅਕਸਰ ਦੇਖਦੇ ਹਾਂ ਕਿ ਡੈਮੋਕ੍ਰੇਟਸ ਗੱਲਬਾਤ ਕਰਦੇ ਨੇ ਕਮਲਾ ਹੈਰਿਸ ਦੀ ਤੇ ਡੋਨਲਡ ਟਰੰਪ ਦੀ, ਪਰ ਉਹ ਅਬੋਰਸ਼ਨ ਦਾ ਇਸ਼ੂ ਹੈ ਜੀ, ਮਾਈਗ੍ਰੇਸ਼ਨ ਦਾ ਇਸ਼ੂ ਹੈ ਜੀ, ਇਮੀਗ੍ਰੈਂਟਸ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਜੀ, ਮਹਿੰਗਾਈ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਜੀ, ਇਕਨੋਮੀ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਜੀ, ਤਮਾਮ ਤਰ੍ਹਾਂ ਦੀਆਂ ਗੱਲਾਂ, ਤਮਾਮ ਤਰ੍ਹਾਂ ਦੇ ਇਸ਼ੂਜ਼ ਬਾਰੇ ਗੱਲਬਾਤ ਹੁੰਦੀ ਹੈ। ਪਰ ਇੱਕ ਇਸ਼ੂ ਦੇ ਉੱਤੇ ਸਾਰੇ ਜਾ ਕੇ ਕਾਮਨ ਹੋ ਜਾਂਦੇ ਨੇ ਡੈਮੋਕ੍ਰੇਟਸ, ਐਂਡ ਦੈਟ ਇਜ਼ ਟਰੰਪ। ਟਰੰਪ ਹੈ ਜਾਂ ਟਰੰਪ ਉਹ ਹੈ, ਟਰੰਪ ਇੱਦਾਂ ਟਰੰਪ ਉੱਦਾਂ। ਟਰੰਪ ਦੇ ਉੱਤੇ ਕਹਿੰਦੇ ਨੇ ਇੱਕ ਰੈਫਰੈਂਡਮ ਜਿਹਾ ਜਿਹੜੇ ਬਣ ਜਾਵੇ ਨਾ, ਔਰ ਉਹਦੇ ਖਿਲਾਫ ਜੇ ਪੂਰੀ ਵੋਟਰਸ ਦੇ ਮਨ ਦੇ ਵਿੱਚ ਇੱਦਾਂ ਦੀ ਫਸਲ, ਇੱਦਾਂ ਦੇ ਬੀਜ ਦਿੱਤੇ ਜਾਣ ਜਿਹੜੇ ਐਂਟੀ ਟਰੰਪ ਹੋ ਜਾਣ, ਤਾਂ ਟਰੰਪ ਨੂੰ ਹਰਾਉਣ ਵਾਸਤੇ ਇੱਕ ਬਹੁਤ ਵਧੀਆ ਤੁਸੀਂ ਆਧਾਰ ਤਿਆਰ ਕਰ ਸਕਦੇ ਹੋ। ਇਸ ਕਰਕੇ ਟਰੰਪ ਨੂੰ ਨਿੰਦੋ। ਟਰੰਪ ਐਰੋਗੈਂਟ ਆ, ਟਰੰਪ ਰੇਸਿਸਟ ਆ, ਟਰੰਪ ਤਮਾਮ ਤਰ੍ਹਾਂ ਦੀਆਂ ਗੱਲਾਂ। ਮਿਊਜ਼ਿਕ ਪਲੇ ਕਰ ਦਿੱਤਾ ਜੀ, ਜਿੱਥੇ ਕੁਐਸਚਨ ਆਨਸਰ ਦਾ ਜਵਾਬ ਦੇਣਾ ਚਾਹੀਦਾ ਸੀ ਉੱਥੇ ਮਿਊਜ਼ਿਕ ਪਲੇ ਕਰਕੇ ਰੱਖ ਦਿੱਤਾ। ਮਤਲਬ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ। ਬਰੈਕ ਓਬਾਮਾ ਆਉਂਦੇ ਨੇ, ਉਹ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਟਰੰਪ ਦੀ ਪਰਸਨੈਲਿਟੀ, ਟਰੰਪ ਦੀ ਫਿਟਨੈਸ, ਟਰੰਪ ਦੀ ਸੋਚ, ਟਰੰਪ ਦੀ ਪੋਲਿਟਿਕਸ ਬਾਰੇ, ਡੈਮੋਕ੍ਰੇਸੀ ਬਾਰੇ ਕੀ ਵਿਚਾਰਧਾਰਾ ਹੈ, ਤਮਾਮ ਤਰ੍ਹਾਂ ਦੀਆਂ ਗੱਲਾਂ। ਜੋ ਟਰੰਪ ਦੇ ਖਿਲਾਫ ਇੱਕ ਇੱਦਾਂ ਦੀ ਮੁਹਿੰਮ ਛੇੜੀ ਹੋਈ ਹੈ ਕਿ ਟਰੰਪ ਨੂੰ ਵੋਟਾਂ ਤੋਂ ਪਹਿਲਾਂ ਹੀ ਹਰਾ ਦੇਣਾ ਚਾਹੁੰਦੇ ਨੇ, ਔਰ ਉਹ ਹਰਾ ਦੇਣਾ ਚਾਹੁੰਦੇ ਨੇ ਗੱਲਾਂ ਬਾਤਾਂ ਦੇ ਨਾਲ, ਕਿ ਟਰੰਪ ਛੱਡ ਜਾਵੇ ਗਰਾਊਂਡ। ਹੁਣ ਇਹ ਸਟ੍ਰੈਟਜੀ ਆ, ਆਪਣੇ ਓਪੋਨੈਂਟ ਨੂੰ ਪ੍ਰੈਸ਼ਰਾਈਜ਼ ਕਰਨਾ, ਔਰ ਇੰਨਾ ਪ੍ਰੈਸ਼ਰਾਈਜ਼ ਕਰੋ ਕਿ ਉਹ ਮਾਨਸਿਕ ਤੌਰ ਤੇ ਆਪਣੀ ਹਾਰ ਸਵੀਕਾਰ ਕਰ ਲਵੇ। ਪਰ ਟਰੰਪ ਇੱਦਾਂ ਦੀ ਪਰਸਨੈਲਿਟੀ ਹੈ ਨਹੀਂ, ਕਿਉਂਕਿ ਜਿੰਨਾ ਡੈਮੋਕ੍ਰੇਟਸ ਉਹਨਾਂ ਨੂੰ ਨਿੰਦਦੇ ਨੇ, ਉਹ ਤੋਂ ਕਿਤੇ ਵੱਧ ਚੜ੍ਹ ਕੇ ਨਿੰਦਦੇ ਨੇ। ਸੋ ਇਸ ਸਟ੍ਰੈਟਜੀ ਦਾ ਬਹੁਤਾ ਕਿਤੇ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ, ਇਹ ਕਹਿੰਦੇ ਨੇ ਐਕਸਪਰਟਸ। ਔਰ ਬਰੈਕ ਓਬਾਮਾ ਵੀ ਜਦੋਂ ਆਏ ਤਾਂ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਬਿਹੇਵੀਅਰ ਕਿੱਦਾਂ ਦਾ ਹੈ, ਇਹਦੀਆਂ ਪਾਲਿਸੀਜ਼ ਕਿੱਦਾਂ ਦੀਆਂ ਨੇ, ਇਹਨਾਂ ਦੀ ਮੈਂਟਲ ਐਬਿਲਿਟੀ ਕਿੱਦਾਂ ਦੀ ਹੈ, ਔਰ ਇਹਨਾਂ ਨੂੰ ਸਪੋਰਟ ਕਰਨ ਵਾਲੇ ਕਿੱਦਾਂ ਦੇ ਨੇ। ਇਹਨਾਂ ਦੀਆਂ ਕਰਾਊਡਸ ਦੇ ਵਿੱਚ ਬਹੁਤ ਘੱਟ ਰਸ਼ ਹੁੰਦਾ ਹੈ, ਬੋਰਿੰਗ ਗੱਲਾਂ ਕਰਦੇ ਨੇ, ਤਮਾਸ਼ੇ ਜ਼ਿਆਦਾ ਕਰਦੇ ਨੇ, ਇਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਹੈਗਾ, ਸਿਰਫ ਲੋਕਾਂ ਨੂੰ ਭਰਮਾਉਂਦੇ ਪਏ ਨੇ, ਝੂਠ ਬੋਲਦੇ ਪਏ ਨੇ, ਤਮਾਮ ਤਰ੍ਹਾਂ ਦੀਆਂ ਗੱਲਾਂ। ਔਰ ਇੱਕ ਥਾਂ ਦੇ ਉੱਤੇ ਤਾਂ ਬਰੈਕ ਓਬਾਮਾ ਨੇ ਇਹਨਾਂ ਵਾਸਤੇ ਸ਼ਬਦ ਵੀ ਇਸਤੇਮਾਲ ਕੀਤਾ, ਗ੍ਰੈਂਡਪਾ, ਜਦੋਂ ਮਿਊਜ਼ਿਕ ਪਲੇ ਕਰਦੇ ਪਏ ਨੇ। ਔਰ ਉਹ ਕਹਿੰਦੇ ਨੇ ਕਿ ਜੇ ਗ੍ਰੈਂਡਪਾ ਇੱਦਾਂ ਕਰਨਗੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਚਿੰਤਾ ਹੋਣਾ ਤਾਂ ਜਾਇਜ਼ ਹੈ। ਔਰ ਇਹ ਉਹ ਇਨਸਾਨ ਹੈ ਜੋ ਕਹਿੰਦਾ ਕਿ ਮੈਨੂੰ ਸਾਰੀਆਂ ਪਾਵਰਸ ਦੇ ਦਿਓ ਔਰ ਮੇਰੇ ਉੱਤੇ ਕੋਈ ਚੈਕਿੰਗ ਨਹੀਂ ਹੋਣੀ ਚਾਹੀਦੀ, ਮੈਂ ਉਹ ਪਾਵਰਸ ਦਾ ਜਿੱਦਾਂ ਮਰਜ਼ੀ ਇਸਤੇਮਾਲ ਕਰਾਂ, ਅਨਚੈਕਡ ਪਾਵਰ ਮੈਨੂੰ ਚਾਹੀਦੀ ਹੈ। ਔਰ ਉਹ ਬੰਦਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਕਿ ਕਿਸੇ ਨੂੰ ਕੁਝ ਵੀ ਨਹੀਂ ਸਮਝਦਾ, ਐਰੋਗੈਂਟ, ਔਰ ਕਿਸੇ ਦਾ ਵੀ ਮਜ਼ਾਕ ਉਡਾ ਦਿੰਦਾ ਹੈ। ਇੱਥੋਂ ਤੱਕ ਕਿ ਉਹਨਾਂ ਨੇ ਜੋ ਬਾਈਡਨ ਦੇ ਉੱਤੇ ਵੀ ਇੱਦਾਂ ਦੇ ਕਟਾਕਸ਼, ਇੱਦਾਂ ਦੀਆਂ ਗੱਲਾਂ ਕੀਤੀਆਂ, ਉਹਨਾਂ ਦਾ ਮਜ਼ਾਕ ਉਡਾਇਆ। ਈਵਨ ਉਹਨਾਂ ਦੇ ਸਾਥੀ ਐਲਨ ਮਸਕ ਨੇ ਵੀ ਉਡਾਇਆ। ਇੱਕ ਬਜ਼ੁਰਗ ਨੇ ਉਹ, ਪਰ ਬਜ਼ੁਰਗ ਦਾ ਮਜ਼ਾਕ ਉਡਾਉਣ ਵੇਲੇ ਵੀ ਇਹ ਨਹੀਂ ਸੋਚਿਆ ਕਿ ਇਹ ਗਲਤ ਹੈ, ਕਿਉਂਕਿ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨਾ ਚਾਹੁੰਦਾ ਔਰ ਮੈਂ ਬਜ਼ੁਰਗਾਂ ਦੀ ਇਹ ਰਿਸਪੈਕਟ ਕਰਦਾ, ਕਿਸੇ ਵੀ ਹੱਦ ਤੱਕ ਜਾਣਾ ਪਿਆ। ਮਤਲਬ ਇਹ ਤਮਾਮ ਗੱਲਾਂ ਜੋ ਵੀ ਟਰੰਪ ਦੇ ਖਿਲਾਫ ਉਹਨਾਂ ਦੇ ਕਰੈਕਟਰ ਅਸੈਸੀਨੇਸ਼ਨ ਤੇ ਜਾ ਸਕਦੀਆਂ ਨੇ, ਉਹ ਸਾਰੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਡੈਮੋਕ੍ਰੈਟਸ ਵੱਲੋਂ। ਕਿਉਂਕਿ ਜੇ ਆਪਾਂ ਟਰੰਪ ਦੇ ਉੱਤੇ ਇਹ ਇਲਜ਼ਾਮ ਲਾਉਂਦੇ ਹਾਂ ਕਿ ਟਰੰਪ ਰੇਸਿਸਟ ਨੇ ਜਾਂ ਰੇਸਿਜ਼ਮ ਦੀਆਂ ਗੱਲਾਂ ਕਰਦੇ ਨੇ, ਔਰ ਕਮਲਾ ਹੈਰਿਸ ਦੇ ਉੱਤੇ ਗਲਤ ਗੱਲਾਂ ਬੋਲਦੇ ਨੇ, ਔਰ ਕਈ ਮਿਆਰ ਤੋਂ ਡਿੱਗੀਆਂ ਹੋਈਆਂ ਗੱਲਾਂ ਜਿਹੜੀਆਂ ਆਪਾਂ ਬੋਲ ਵੀ ਨਹੀਂ ਸਕਦੇ, ਮੈਂਸ਼ਨ ਵੀ ਨਹੀਂ ਕਰ ਸਕਦੇ, ਇੱਕ ਇਸ਼ਾਰੇ ਨਾਲ ਤੁਸੀਂ ਸਮਝ ਸਕਦੇ ਹੋ ਮਿਆਰ ਤੋਂ ਡਿੱਗੀਆਂ ਹੋਈਆਂ ਗੱਲਾਂ ਵੀ ਕਰ ਜਾਂਦੇ ਨੇ, ਤਾਂ ਇਹ ਡੋਨਲਡ ਟਰੰਪ ਦੇ ਉੱਤੇ ਇਹ ਇਲਜ਼ਾਮ ਲੱਗਦਾ ਹੈ। ਤੇ ਉਸ ਚੀਜ਼ ਨੂੰ ਕਾਟ ਕਰਨ ਵਾਸਤੇ ਡੈਮੋਕ੍ਰੇਟਸ ਇਹ ਵੀ ਕਰ ਰਹੇ ਨੇ, ਤਾਂ ਕਿ ਇੱਕ ਇੱਦਾਂ ਦਾ ਕਰੈਕਟਰ, ਇੱਕ ਇੱਦਾਂ ਦੀ ਪਰਸਨੈਲਿਟੀ ਸਾਹਮਣੇ ਆਵੇ ਡੋਨਲਡ ਟਰੰਪ ਦੀ, ਜਿਸ ਨੂੰ ਕੋਈ ਵੀ ਪਸੰਦ ਨਾ ਕਰੇ, ਔਰ ਉਹਨਾਂ ਨੂੰ ਇਲੈਕਸ਼ਨਸ ਤੋਂ ਪਹਿਲਾਂ ਹੀ ਅਸੀਂ ਹਰਾ ਦਈਏ, ਵੋਟਾਂ ਪੈਣ ਤੋਂ ਪਹਿਲਾਂ ਹੀ ਅਸੀਂ ਇਹ ਮਾਹੌਲ ਬਣਾ ਦਈਏ ਕਿ ਉਹਨਾਂ ਨੂੰ ਵੋਟਾਂ ਹੀ ਨਾ ਪੈਣ। ਪਰ ਇਸ ਤਰ੍ਹਾਂ ਹੋ ਨਹੀਂ ਸਕਦਾ, ਕਿਉਂਕਿ ਬਹੁਤ ਲੋਕ ਨੇ ਜੋ ਉਹਨਾਂ ਨੂੰ ਸਪੋਰਟ ਕਰਦੇ ਨੇ। ਠੀਕ ਹੈ, ਤੁਹਾਡੀ ਇੱਕ ਸਟ੍ਰੈਟਜੀ ਹੈ, ਤੁਸੀਂ ਖੇਡਦੇ ਪਏ ਹੋ, ਇਟਸ ਓਕੇ, ਬਟ ਉਹ ਵੀ ਇੱਕ ਸਾਬਕਾ ਪ੍ਰੈਜ਼ੀਡੈਂਟ ਆਫ ਅਮਰੀਕਾ ਰਹਿ ਚੁੱਕੇ ਨੇ, ਐਵੇਂ ਤਾਂ ਨਹੀਂ ਹੈਗੇ, ਉਹਨਾਂ ਪਿੱਛੇ ਵੀ ਬਹੁਤ ਵੱਡੀ ਸਪੋਰਟ ਹੈ। ਸੋ ਲੈਟ ਅਸ ਸੀ ਕਿ ਤੁਹਾਡੀ ਇਹ ਸਟ੍ਰੈਟਜੀ ਕਿੰਨੀ ਕਾਮਯਾਬ ਹੁੰਦੀ ਹੈ ਜਿਹੜੀ ਡੈਮੋਕ੍ਰੇਟਸ ਪਲੇ ਕਰਦੇ ਪਏ ਨੇ। ਔਰ ਰਿਪਬਲਿਕਨਸ ਤਾਂ ਕਹਿੰਦੇ ਨੇ ਕਿ ਡੈਮੋਕ੍ਰੇਸ ਹੁੰਦੀ ਹੈ, ਡੈਮੋਕ੍ਰੇਸੀ ਹੁੰਦੀ ਆ, ਤੇ ਇਹ ਡੈਮੋਕ੍ਰੇਟਸ ਕੀ ਹੁੰਦੇ ਨੇ, ਡੈਮੋਕ੍ਰੈਟਿਕ ਕਿਉਂ ਨਹੀਂ ਹੁੰਦੇ?
ਹੁਣ ਇਹ ਵੀ ਗੱਲ ਹੈ, ਡੈਮੋਕ੍ਰੈਟਿਕ ਹੋਣਾ ਚਾਹੀਦਾ ਹੈ। ਡੈਮੋਕ੍ਰੇਟਸ ਕੀ ਬਣਦਾ? ਹੁਣ ਇਹ ਸ਼ਬਦਾਂ ਦੇ ਉੱਤੇ ਇਹ ਸ਼ਬਦ ਬਾਣ ਛੱਡਣੇ ਸ਼ੁਰੂ ਕਰ ਦਿਓ, ਇਹਦੇ ਵਿੱਚ ਵੀ ਕੋਈ ਦਮਖਮ ਨਜ਼ਰ ਨਹੀਂ ਆਉਂਦਾ। ਬਟ ਠੀਕ ਆ, ਗੱਲਾਂ ਨੇ, ਗੱਲਾਂ ਸਾਰੀਆਂ ਕਰਦੇ ਪਏ ਨੇ, ਕਿਉਂਕਿ ਇਲੈਕਸ਼ਨਸ ਜਿੱਤਣੀਆਂ ਨੇ ਔਰ ਇਹਦੇ ਵਾਸਤੇ ਸਾਰੇ ਹੀਲੇ ਵਰਤੇ ਜਾ ਰਹੇ ਨੇ। ਹੁਣ ਟਰੰਪ ਵੀ ਕਈ ਹੀਲੇ ਵਰਤਦੇ ਨੇ। ਆ ਗਏ ਨੇ ਮੈਕਡੋਨਲਡਸ, ਡੋਨਲਡ ਟਰੰਪ ਮੈਕਡੋਨਲਡ, ਔਰ ਉੱਥੇ ਆ ਕੇ ਫਰੈਂਚ ਫਰਾਈਜ਼ ਸਰਵ ਕਰਦੇ ਪਏ ਨੇ। ਔਰ ਉਹਨਾਂ ਦੀ ਮੈਂ ਵੀਡੀਓ ਦੇਖੀ ਜਦੋਂ ਉਹ ਐਂਟਰ ਕਰਦੇ ਨੇ ਮੈਕਡੋਨਲਡਸ ਦੇ ਪ੍ਰੈਮਿਸਾਈਜ਼ ਦੇ ਵਿੱਚ, ਔਰ ਉੱਥੇ ਸਾਰੀ ਬਿਲਡਿੰਗ ਦੇ ਅੰਦਰ ਆ ਕੇ ਉਹਦਾ ਦਾ ਜਿਹੜਾ ਓਨਰ ਹੈ ਉਹਨੂੰ ਮਿਲਦੇ ਨੇ। ਆਈ ਐਮ ਲੁਕਿੰਗ ਫॉर ਅ ਜੌਬ, ਮੈਂ ਇੱਥੇ ਜੌਬ ਕਰਨ ਆਇਆ ਔਰ ਤੁਸੀਂ ਮੈਨੂੰ ਕੀ ਪੇਮੈਂਟ ਕਰੋਗੇ? ਮੈਨੂੰ ਕੋਈ ਪੁਰਾਣਾ ਐਕਸਪੀਰੀਅੰਸ ਨਹੀਂ ਹੈ ਇਸ ਜੌਬ ਦਾ, ਮੈਂ ਬਸ ਪੈਸ਼ਨ ਹੈ ਮੈਨੂੰ, ਤਾਂ ਇਸ ਕਰਕੇ ਮੈਂ ਆਇਆ, ਤਾਂ ਮੈਨੂੰ ਕੀ ਪੇਮੈਂਟ ਕਰੋਗੇ? ਖੈਰ ਹਾਸੇ ਮਖੌਲ ਹੋਏ। ਉਸ ਤੋਂ ਬਾਅਦ ਡੋਨਲਡ ਟਰੰਪ ਆਪਣੀ ਜੈਕਟ ਲਾ ਦਿੰਦੇ ਨੇ ਔਰ ਉਸ ਤੋਂ ਬਾਅਦ ਉਹ ਪਾ ਲੈਂਦੇ ਨੇ ਜੀ ਸਾਰਾ ਜਿਹੜਾ ਉਹਨਾਂ ਦਾ ਡਰੈਸ ਹੈ ਮੈਕਡੋਨਲਡਸ ਦੇ ਸਟਾਫ ਦਾ, ਐਂਡ ਸ਼ੁਰੂ ਹੋ ਜਾਂਦੇ ਨੇ ਔਰ ਵਿੰਡੋਜ਼ ਦੇ ਉੱਤੇ ਜਾ ਕੇ ਆਰਡਰਸ ਵੀ ਲੈਂਦੇ ਨੇ, ਉਹਨਾਂ ਨੂੰ ਸਰਵ ਵੀ ਕਰਦੇ ਨੇ ਜੋ ਵੀ ਆਰਡਰ ਪਲੇਸ ਕੀਤਾ ਜਾਂਦਾ, ਔਰ ਪਬਲਿਕ ਨੂੰ ਮਿਲਦੇ ਵੀ ਨੇ, ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਪੱਤਰਕਾਰ ਵੀ ਆਉਂਦੇ ਨੇ, ਫੋਟੋਗ੍ਰਾਫੀ ਵੀ ਹੁੰਦੀ ਆ, ਪਰ ਆਪਣੀ ਗੱਲ ਨਹੀਂ ਛੱਡਦੇ। ਗੱਲ ਇਹ ਕਿ ਕਮਲਾ ਹੈਰਿਸ ਦੇ ਪਿੱਛੇ ਜਿਹੜੀ ਤੋਪ ਲੈ ਕੇ ਪਏ ਹੋਏ ਨੇ ਉਹ ਜ਼ਰੂਰ ਚਲਾਉਣੀ ਹੈ। ਡੈਮੋਕ੍ਰੇਟਸ ਦੇ ਪਿੱਛੇ ਜਿਹੜੀ ਤੋਪ ਲੈ ਕੇ ਪਏ ਹੋਏ ਨੇ ਉਹ ਜ਼ਰੂਰ ਚਲਾਉਣੀ ਹੈ, ਉਹ ਥੋੜ੍ਹਾ ਛੱਡ ਦੇਣੀ ਹੈ। ਉਹ ਮੈਕਡੋਨਲਡ ਦੇ ਵਿੱਚ ਵੀ ਜਾ ਕੇ ਚਲਾਈ ਜਾਣੀ ਹੈ। ਇੱਧਰੋਂ ਸਰਵਿੰਗ ਹੋਈ ਜਾਂਦੀ ਹੈ, ਫਰੈਂਚ ਫਰਾਈਜ਼, ਬਰਗਰਸ, ਤੇ ਨਾਲ ਤੋਪ ਦੀ ਚੱਲਦੀ ਪਈ ਹੈ। ਤੋਪ ਦਾ ਟੇਸਟ ਵੀ ਨਾਲ ਲਵੋ। ਸੋ ਇਟਸ ਹੈਪਨਿੰਗ ਨਾਓ। ਵਾਲਸ ਕਹਿੰਦੇ, ਟਿਮ ਵਾਲਸ ਦੇ ਉੱਤੇ ਕਹਿੰਦੇ ਕਿ ਬੜੀ ਸੋਹਣੀ ਡਰੈਸ ਪਾ ਕੇ ਤੇ ਮੈਕਡੋਨਲਡ ਰੈਸਟੋਰੈਂਟ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਸਟਾਫ ਵਰਗੇ ਬਣ ਕੇ ਤੁਸੀਂ ਤੇ ਕਿਸੇ ਦੀ ਰੋਜ਼ੀ ਰੋਟੀ ਨੂੰ ਸਾਹਮਣੇ ਰੱਖ ਕੇ ਪੋਲਿਟਿਕਸ ਖੇਡਦੇ ਪਏ ਹੋ ਜੀ। ਉਹ ਤਾਂ ਉਹਨਾਂ ਦੀ ਰੋਜ਼ੀ ਰੋਟੀ ਹੈ ਜੋ ਮੈਕਡੋਨਲਡ ਦਾ ਸਟਾਫ ਹੈ, ਤੇ ਤੁਹਾਡੇ ਵਾਸਤੇ ਤਮਾਸ਼ਾ ਹੈ। ਤੁਸੀਂ ਇਸ ਤਮਾਸ਼ੇ ਨੂੰ ਇਸਤੇਮਾਲ ਕਰਦੇ ਪਏ ਹੋ ਆਪਣੀ ਸਟਾਰ ਰੇਟਿੰਗ ਵਾਸਤੇ, ਆਪਣੀ ਪਬਲਿਸਿਟੀ ਵਾਸਤੇ, ਔਰ ਤੁਸੀਂ ਇੱਦਾਂ ਮਿਕਸਅਪ ਕਰਦੇ ਹੋ ਪੋਲਿਟਿਕਸ ਨੂੰ ਤੇ ਦੂਜੇ ਦੀ ਰੋਜ਼ੀ ਰੋਟੀ ਨੂੰ। ਤੁਸੀਂ ਆਪਣੀ ਇੱਛਾ ਪੂਰੀ ਕਰਨ ਵਾਸਤੇ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ, ਤੁਸੀਂ ਦੂਸਰੇ ਦੀ ਲਾਈਵਲੀਹੁੱਡ ਦੇ ਉੱਤੇ ਇੱਕ ਪੋਲੀਟੀਕਲ ਗੇਮ ਖੇਡਦੇ ਪਏ ਹੋ ਦੂਸਰੇ ਦੀ ਰੋਜ਼ੀ ਰੋਟੀ ਦੇ ਉੱਤੇ। ਸੋ ਇਹ ਠੀਕ ਹੈ। ਹੁਣ ਇਹ ਵੀ ਇੱਕ ਇਲਜ਼ਾਮ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਕਿੱਦਾਂ ਇਹ ਗੇਮ ਹੋ ਗਈ ਜੀ, ਉਹਨਾਂ ਦੀ ਰੋਜ਼ੀ ਰੋਟੀ ਨੂੰ ਕੀ ਖਤਰਾ ਹੋ ਗਿਆ ਇਹਨਾਂ ਦੀ ਇਹ ਗੇਮ ਖੇਡਣ ਦੇ ਨਾਲ? ਇਹ ਚਲੋ ਮੰਨ ਲਿਆ ਕਿ ਤਮਾਸ਼ਾ ਕਰਦੇ ਪਏ ਨੇ, ਪਰ ਇਹ ਰੋਜ਼ੀ ਰੋਟੀ ਨੂੰ ਕਿੱਦਾਂ ਖਤਰਾ ਹੋ ਗਿਆ? ਹੁਣ ਇਹ ਗੱਲ ਐਕਸਪਲੇਨ ਕਰੋ। ਔਰ ਕਹਿੰਦੇ ਨੇ ਕਿ ਇਸ ਬੰਦੇ ਦੀ ਹਰ ਚੀਜ਼ ਗਲਤ, ਫੇਕ ਹੈ, ਐਵਰੀਥਿੰਗ ਅਬਾਊਟ ਦਿਸ ਗਾਈ ਇਜ਼ ਫੇਕ, ਟਿਮ ਵਾਲਸ ਕਹਿੰਦੇ ਨੇ ਡੋਨਲਡ ਟਰੰਪ ਬਾਰੇ। ਸੋ ਹੁਣ ਸਵਾਲ ਇਹ ਹੈ ਕਿ ਡੋਨਲਡ ਟਰੰਪ ਮੈਕਡੋਨਲਡ ਜਾ ਕੇ ਫਰੈਂਚ ਫਰਾਈਜ਼ ਤੇ ਬਰਗਰ ਕਿਉਂ ਸਰਵ ਕਰਦੇ ਪਏ ਨੇ? ਕਿਉਂਕਿ ਐਪਰੋਨ ਪਾਇਆ ਹੋਇਆ ਹੈ ਉਹਨਾਂ ਦਾ, ਪੈਨਸਿਲਵੇਨੀਆ ਦੇ ਵਿੱਚ ਨੇ ਜੀ, ਔਰ ਉੱਥੇ ਬਕਾਇਦਾ ਪਬਲਿਕ ਨਾਲ ਉੱਦਾਂ ਹੀ ਗੱਲਾਂ ਕਰਦੇ ਨੇ ਜਿੱਦਾਂ ਮੈਕਡੋਨਲਡ ਦਾ ਸਟਾਫ ਗੱਲਾਂ ਕਰਦਾ। ਤਾਂ ਉੱਥੇ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਵਰਕਿੰਗ ਕਲਾਸ ਨੂੰ, ਜਿਹੜੇ ਵਰਕਿੰਗ ਕਲਾਸ ਦੇ ਵੋਟਰਸ ਨੇ ਉਹਨਾਂ ਨੂੰ ਅਪੀਲ ਕਰਨ ਚਾਹੁੰਦਾ, ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ, ਭਈ ਦੇਖੋ ਮੈਂ ਤੁਹਾਡੇ ਵਿੱਚੋਂ ਇੱਕ ਹਾਂ। ਔਰ ਇਸ ਚੀਜ਼ ਨੂੰ ਵੀ ਪੁਸ਼ ਕਰਦੇ ਨੇ, ਇਸ ਚੀਜ਼ ਨੂੰ ਵੀ ਅੱਗੇ ਲਿਆਉਣਾ ਚਾਹੁੰਦੇ ਨੇ ਕਿ ਕਮਲਾ ਹੈਰਿਸ ਕਿਤੇ ਨਾ ਕਿਤੇ ਇੱਕ ਕਲੇਮ ਕਰਦੇ ਨੇ ਕਿ ਮੈਂ ਮੈਕਡੋਨਲਡ ਦੀ ਫੂਡ ਚੇਨ, ਜਿਹੜੀ ਫਾਸਟ ਫੂਡ ਚੇਨ ਹੈ, ਉਹਦੇ 'ਚ ਮੈਂ ਕੰਮ ਕਰ ਚੁੱਕੀ ਹਾਂ, ਔਰ ਉਸ ਨੂੰ ਚੈਲੰਜ ਕਰਨ ਵਾਸਤੇ ਇਹ ਉੱਥੇ ਪਹੁੰਚ ਗਏ ਨੇ। ਭਾਈ ਤੁਸੀਂ ਕੰਮ ਕਰ ਸਕਦੇ ਹੋ ਤੇ ਮੈਂ ਵੀ ਕਰਕੇ ਦਿਖਾ ਸਕਦਾ। ਬਟ ਜੇ ਕਮਲਾ ਹੈਰਿਸ ਨੇ ਵਾਕਈ ਉੱਥੇ ਕੰਮ ਕੀਤਾ ਹੈ, ਉਹ ਤੇ ਫਿਰ ਉਹਨਾਂ ਨੇ ਮਜਬੂਰੀ 'ਚ ਜਾਂ ਜ਼ਰੂਰਤ ਪੈਣ 'ਤੇ ਕੀਤਾ ਹੋਏਗਾ ਨਾ। ਪਰ ਤੁਸੀਂ ਤੇ ਸ਼ੌਕ ਪੂਰਾ ਕਰਨ ਵਾਸਤੇ ਜਾਂ ਤਮਾਸ਼ਾ ਕਰਨ ਵਾਸਤੇ ਕਰਦੇ ਪਏ ਹੋ। ਦੇਰ ਇਜ਼ ਅ ਡਿਫਰੈਂਸ ਕਿ ਮਜਬੂਰੀ 'ਚ ਜਾਂ ਜ਼ਰੂਰਤ ਪੈਣ 'ਤੇ ਕੰਮ ਕੀਤਾ ਜਾਵੇ, ਜਾਂ ਵੈਸੇ ਹੀ ਐਵੇਂ ਤਫਰੀਹ ਕੀਤੀ ਜਾਵੇ, ਐਵੇਂ ਹੀ ਲੋਕਾਂ ਨੂੰ ਦਿਖਾਉਣ ਵਾਸਤੇ। ਸੋ ਕਮਲਾ ਹੈਰਿਸ ਬਾਰੇ ਇੱਕ ਵੱਖਰੀ ਚੀਜ਼ ਹੈ। ਮਤਲਬ ਇਹ ਹੈ ਕਿ ਜੇ ਤੁਸੀਂ ਕਹੋ ਨਾ ਮਿਹਨਤ, ਠੀਕ ਹੈ, ਡੋਨਲਡ ਟਰੰਪ ਦੀ ਆਪਣੀ ਮਿਹਨਤ ਹੈ, ਆਪਣਾ ਕੰਟਰੀਬਿਊਸ਼ਨ ਹੈ, ਉਹਨਾਂ ਦਾ ਆਪਣਾ ਫੀਲਡ ਹੈ, ਬਿਜ਼ਨਸ ਫੀਲਡ ਤੋਂ ਨੇ, ਹੈ ਨਾ, ਔਰ ਪ੍ਰੋਪਰਟੀਜ਼ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਹੈ, ਬਿਲਡਿੰਗਸ ਬਣਾਉਣੀਆਂ, ਇਹ ਸਭ ਹੈ ਨਾ। ਤਾਂ ਕਮਲਾ ਹੈਰਿਸ ਦਾ ਆਪਣਾ ਲੀਗਲ ਬੈਕਗਰਾਊਂਡ ਔਰ ਵਾਟ ਐਵਰ ਉਹਨਾਂ ਦੇ ਕੰਮ ਰਹੇ ਨੇ, ਜਿਸ ਤਰ੍ਹਾਂ ਦੀ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਰਹੀ ਹੈ, ਬਟ ਦੋਨੋਂ ਇੱਕ ਡਿਫਰੈਂਟ ਚੀਜ਼ ਨੇ। ਹਾਂ, ਇਸ ਗੱਲ ਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ ਕਿ ਡੋਨਲਡ ਟਰੰਪ ਜੋ ਇਹ ਕਰ ਰਹੇ ਨੇ, ਇਹ ਵਾਕਈ ਵਰਕਿੰਗ ਕਲਾਸ ਨੂੰ ਆਪਣੇ ਨਾਲ ਜੋੜਨ ਵਾਸਤੇ ਜੋ ਅਮਰੀਕਾ ਦੀ ਹੈਗੀ ਆ। ਔਰ ਕਮਲਾ ਹੈਰਿਸ ਆਲਰੇਡੀ ਇਹ ਗੱਲ ਕਰਦੇ ਨੇ ਕਿ ਮੈਂ ਵਰਕਿੰਗ ਕਲਾਸ ਦੇ ਨਾਲ ਸ਼ੁਰੂ ਤੋਂ ਜੁੜੀ ਹੋਈ ਹਾਂ, ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਹਾਂ, ਔਰ ਮੈਂ ਉਹ ਸਾਰੇ ਹਾਲਾਤ ਦੇਖੇ ਨੇ, ਔਰ ਕਿੱਦਾਂ ਮੇਰੇ ਮਾਂ-ਬਾਪ ਨੇ ਮੇਰੀ ਪਰਵਰਿਸ਼ ਕੀਤੀ ਹੈ। ਔਰ ਇਹ ਤੇ ਜੰਮੇ ਹੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਨੇ ਡੋਨਲਡ ਟਰੰਪ, ਅਮੀਰ ਘਰ ਦੇ ਬੱਚੇ, ਹੈ ਨਾ, ਸ਼ੁਰੂ ਤੋਂ ਅਮੀਰੀ ਦੇਖੀ ਹੋਈ ਹੈ। ਸੋ ਕੰਪੈਰੀਜ਼ਨ ਤਾਂ ਨਹੀਂ ਨਾ ਹੋ ਸਕਦਾ। ਹੁਣ ਜਿਸ ਬੰਦੇ ਨੇ ਦੁੱਖ ਪਿੰਡੇ ਦੇ ਹੰਢਾਏ ਹੋਣ, ਕਮਲਾ ਹੈਰਿਸ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨੂੰ ਪਤਾ ਹੁੰਦਾ ਓਨਲੀ ਦਾ ਵੀਰਰ ਨੋ ਵੇਅਰ ਦਾ ਸ਼ੂ ਪਿੰਚਸ।
ਬੂਟ ਪਾਉਣ ਵਾਲੇ ਨੂੰ ਵੀ ਪਤਾ ਹੁੰਦਾ ਬੂਟ ਕਿੱਥੇ ਚੁੱਭਦਾ ਪਿਆ, ਜੁੱਤੀ ਪਾਉਣ ਵਾਲੇ ਨੂੰ ਪਤਾ ਹੁੰਦਾ ਜੁੱਤੀ ਕਿੱਥੇ ਚੁੱਭਦੀ ਪਈ ਹੈ। ਜੋ ਐਵੇਂ ਤਮਾਸ਼ਾ ਕਰਨ ਆਇਆ ਉਹਨੂੰ ਥੋੜਾ ਪਤਾ ਹਾਲਾਤ ਕੀ ਹੁੰਦੇ ਨੇ। ਸੋ ਠੀਕ ਹੈ, ਇਹ ਇਲੈਕਸ਼ਨ ਵਾਸਤੇ ਸਟੰਟ ਹੋ ਸਕਦਾ, ਬਟ ਕਮਲਾ ਹੈਰਿਸ ਦੀ ਮਿਹਨਤ ਦੇ ਨਾਲ ਜੇ ਤੁਸੀਂ ਇਹਨੂੰ ਮੈਚ ਕਰਨਾ ਚਾਹੋ, ਨੋ, ਨਾਟ ਪੋਸੀਬਲ। ਜਿਸ ਬੰਦੇ ਨੇ ਦੁੱਖ ਸੁੱਖ ਹੰਡਾਏ ਨੇ ਇਹ ਉਹਨੂੰ ਪਤਾ ਹੈ। ਤੁਸੀਂ ਇੱਕ ਚਸਕਾ ਲੈ ਰਹੇ ਹੋ, ਇੱਕ ਸਵਾਦ ਲੈ ਰਹੇ ਹੋ, ਠੀਕ ਹੈ, ਇਹਨੂੰ ਇਲੈਕਸ਼ਨ ਵਾਸਤੇ ਆਪਾਂ ਇੱਕ ਸਟੰਟ ਕਹਿ ਸਕਦੇ ਹਾਂ, ਬਟ ਡੋਨਲਡ ਟਰੰਪ ਇਸ ਫਰੰਟ ਦੇ ਉੱਤੇ ਕਮਲਾ ਹੈਰਿਸ ਦਾ ਮੁਕਾਬਲਾ ਨਹੀਂ ਕਰ ਸਕਦੇ। ਦੇਖੋ, ਤਮਾਸ਼ੇ ਸਾਡੇ ਭਾਰਤ ਵਿੱਚ ਵੀ ਹੁੰਦੇ ਨੇ ਇਲੈਕਸ਼ਨਸ ਦੇ ਦੌਰਾਨ। ਕਿਤੇ ਕੋਈ ਖਾਣੇ ਵੰਡਣ ਲੱਗ ਪੈਂਦਾ ਹੈ, ਕਿਤੇ ਕੋਈ ਤੰਦੂਰ 'ਤੇ ਚਲਾ ਜਾਂਦਾ ਹੈ, ਕਿਤੇ ਕੋਈ ਜਲੇਬੀਆਂ ਬਣਾਉਣ ਲੱਗ ਪੈਂਦਾ, ਕੋਈ ਪਕੌੜੇ ਬਣਾਉਣ ਲੱਗ ਪੈਂਦਾ, ਤਮਾਮ ਗੱਲਾਂ। ਸੋ ਇਹ ਗੱਲਾਂ ਚੱਲਦੀਆਂ ਰਹਿਣਗੀਆਂ, ਬਟ ਜੇ ਤੁਸੀਂ ਕਹੋ ਨਾ ਇਹ ਪਿਛੋਕੜ ਕਿਸੇ ਦੀ ਮਿਹਨਤ ਨਾਲ ਇਸ ਨੂੰ ਕੰਪੈਰੀਜ਼ਨ ਕਰੋਗੇ, ਦੈਟ ਇਜ਼ ਐਬਸੋਲੂਟਲੀ ਰੋਂਗ। ਸੋ ਟਿਮ ਵਾਲਸ ਕਹਿੰਦੇ ਨੇ ਕਿ ਇਹ ਤਮਾਸ਼ਾ ਕਰਦੇ ਨੇ। ਠੀਕ ਹੈ ਬਈ, ਤਮਾਸ਼ਾ ਤੇ ਸਾਰੇ ਹੀ ਕਰਦੇ ਨੇ। ਡੈਮੋਕ੍ਰੇਟਸ ਕਿਹੜਾ ਘੱਟ ਤਮਾਸ਼ੇ ਕਰਦੇ ਹੋਣਗੇ, ਉਹ ਵੀ ਤਾਂ ਤਮਾਸ਼ੇ ਕਰਦੇ ਨੇ। ਤੁਸੀਂ ਉਹਨਾਂ ਨੂੰ ਵੀ ਦੇਖੋ। ਤੇ ਇੱਧਰੋਂ ਡੋਨਲਡ ਟਰੰਪ ਨੇ ਕਰ ਲਿਆ ਤਾਂ ਵੀ ਠੀਕ ਹੈ। ਠੀਕ ਹੈ, ਮੈਕਡੋਨਲਡਸ ਦੇ ਵਿੱਚ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਵੀ ਵਰਕਿੰਗ ਕਲਾਸ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਕਮਲਾ ਹੈਰਿਸ ਆਪਣੀਆਂ ਗੱਲਾਂ ਨਾਲ ਕਰਦੇ ਨੇ ਕਿ ਬਲੂ ਕਾਲਰ ਜੌਬ, ਵਾਈਟ ਕਾਲਰ ਜੌਬ, ਮਿਡਲ ਕਲਾਸ, ਹੋਮਲੈਸ, ਜੌਬਲੈਸ, ਤਮਾਮ ਤਰ੍ਹਾਂ ਦੇ ਮੈਂ ਸਭ ਨੂੰ ਰਿਪਰੈਜ਼ੈਂਟ ਕਰਦੀ ਹਾਂ। ਦੈਟ ਇਜ਼ ਵਾਈ ਉਹ ਜਿੱਥੇ ਵੀ ਜਾਂਦੇ ਨੇ ਆਪਣਾ ਐਕਸੈਂਟ ਚੇਂਜ ਕਰਦੇ ਨੇ, ਆਪਣਾ ਬਿਹੇਵੀਅਰ ਚੇਂਜ ਕਰਦੇ ਨੇ, ਬੋਲ ਚਾਲ ਦਾ ਮਿਲਣ ਦਾ ਤਰੀਕਾ ਚੇਂਜ ਕਰਦੇ ਨੇ ਅਕੋਰਡਿੰਗ ਟੂ ਸਿਚੁਏਸ਼ਨ। ਸੋ ਇਹ ਸਭ ਗੱਲਾਂ ਕੰਸੀਡਰ ਕਰਨ ਵਾਲੀਆਂ ਨੇ। ਕੁਝ ਇਲਜ਼ਾਮ ਹੁੰਦੇ ਵੀ ਨੇ, ਉਹਦੇ 'ਚ ਦਮ ਵੀ ਹੁੰਦਾ, ਕੁਝ ਐਵੇਂ ਹੀ ਲਗਾਏ ਜਾਂਦੇ ਨੇ। ਚਲੋ ਠੀਕ ਹੈ, ਟਿਮ ਵਾਲਸ ਜੋ ਕਹਿ ਰਹੇ ਨੇ ਡੋਨਲਡ ਟਰੰਪ ਦੇ ਮੈਕਡੋਨਲਡ ਦੇ ਐਡਵੈਂਚਰ ਬਾਰੇ, ਇਟਸ ਓਕੇ, ਆਪਾਂ ਅੱਗੇ ਚੱਲਦੇ ਹਾਂ। JD ਵੈਂਸ ਡੋਨਲਡ ਟਰੰਪ ਦੀ ਕਾਪੀ ਨੇ। ਇਹ ਜੋ ਬਾਈਡਨ ਐਂਡੋਰਸ ਕਰ ਚੁੱਕੇ ਨੇ ਕਿ ਜਿੱਦਾਂ ਦੇ ਵਿਚਾਰ ਟਰੰਪ ਦੇ ਨੇ ਉਸੇ ਤਰ੍ਹਾਂ ਦੇ ਵਿਚਾਰ JD ਦੇ ਨੇ। ਕਿਸੇ ਵੇਲੇ ਟਰੰਪ ਦੇ ਖਿਲਾਫ ਸੀ, ਹੁਣ ਉਹਨਾਂ ਦੀ ਸਪੋਰਟ ਦੇ ਵਿੱਚ ਨੇ। ਔਰ JD ਨੇ ਇੱਕ ਸ਼ਬਦ ਬੋਲਿਆ ਸੀ, ਇੱਕ ਫਰੇਜ਼ ਬੋਲਿਆ ਸੀ, ਅ ਚਾਈਲਡਲੈਸ ਲੇਡੀ ਕੈਟ, ਕਮਲਾ ਹੈਰਿਸ ਬਾਰੇ। ਸੋ ਇਸ ਨੂੰ ਜੇ ਦੇਖਿਆ ਜਾਵੇ ਤੇ ਸਿੱਧਾ ਐਬੋਰਸ਼ਨ ਦੇ ਇਸ਼ੂਜ਼ ਨਾਲ ਜੁੜਦਾ ਹੈ। ਡੈਮੋਕ੍ਰੈਟਸ ਐਬੋਰਸ਼ਨ ਦੇ ਇਸ਼ੂ ਨੂੰ ਕੀ ਇਸ਼ੂ ਬਣਾ ਕੇ ਇਲੈਕਸ਼ਨਸ ਜਿੱਤਣਾ ਚਾਹੁੰਦੇ ਨੇ, ਇਹ ਐਕਸਪਰਟਸ ਦਾ ਮੰਨਣਾ ਹੈ। ਔਰ ਇਸ ਇਸ਼ੂ ਦੇ ਉੱਤੇ ਜਿੰਨਾ ਪੋਲਿਟਿਕਸ ਖੇਡਣਾ ਚਾਹੁੰਦੇ ਨੇ, ਖੇਡ ਲੈਣਾ ਚਾਹੁੰਦੇ ਨੇ, ਖੁੱਲ੍ਹ ਕੇ ਖੇਡ ਲੈਣਾ ਚਾਹੁੰਦੇ ਨੇ। ਔਰ ਕਿਹਾ ਜਾਂਦਾ ਹੈ ਕਿ ਇਹ ਇਹਨਾਂ ਦੀ ਸਟ੍ਰੈਟਜੀ ਨਵੀਂ ਨਹੀਂ ਹੈ, ਇਹ ਬਹੁਤ ਪੁਰਾਣੀ ਹੈ। ਬੜੇ ਸਮੇਂ ਤੋਂ ਇਸੇ ਹੀ ਸਟ੍ਰੈਟਜੀ ਨੂੰ ਲੈ ਕੇ ਚੱਲਦੇ ਨੇ। ਔਰ ਕਈ ਇਲਾਕਿਆਂ ਦੇ ਵਿੱਚ, ਕਈ ਸਵਿੰਗ ਸਟੇਟਸ ਦੇ ਵਿੱਚ ਇਸ ਸਟ੍ਰੈਟਜੀ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਜਾਂਦਾ। ਪੈਨਸਿਲਵੇਨੀਆ ਦੀ ਗੱਲ ਅਕਸਰ ਕਰਦੇ ਨੇ। ਸੋ ਡੋਨਲਡ ਟਰੰਪ ਇੱਥੋਂ ਤੱਕ ਇਲਜ਼ਾਮ ਲਗਾਉਂਦੇ ਨੇ ਕਿ ਇਹ ਇਸ਼ੂ ਇੱਕ ਇਲੈਕਸ਼ਨ ਇਸ਼ੂ ਹੈ। ਔਰ ਜੇ ਕਮਲਾ ਹੈਰਿਸ ਬਣ ਵੀ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਇਸ ਇਸ਼ੂ ਦੇ ਉੱਤੇ ਕੋਈ ਰੈਗੂਲੇਸ਼ਨਸ ਜਾਂ ਕੋਈ ਲਾਅ ਪਾਸ ਨਹੀਂ ਹੋਏਗਾ। ਇਹ ਕਿਤੇ ਬੰਦ ਡੱਬੇ ਦੇ ਵਿੱਚ ਰੱਖ ਦਿੱਤਾ ਜਾਏਗਾ ਇਸ ਇਸ਼ੂ ਨੂੰ, ਔਰ ਨੈਕਸਟ ਇਲੈਕਸ਼ਨਸ ਤੋਂ ਪਹਿਲਾਂ ਫਿਰ ਉਹ ਡੱਬਾ ਖੋਲ੍ਹ ਕੇ ਇਸ ਇਸ਼ੂ ਨੂੰ ਬਾਹਰ ਕੱਢ ਕੇ ਲਿਆਂਦਾ ਜਾਏਗਾ। ਔਰ ਇਹਦੇ ਉੱਤੇ ਫਿਰ ਪੋਲਿਟਿਕਸ ਖੇਡਿਆ ਜਾਏਗਾ ਆਪਣੇ ਵੋਟਰਸ ਨੂੰ ਇਮੋਸ਼ਨਲੀ ਚਾਰਜ ਕਰਕੇ, ਕਿਉਂਕਿ ਇਹ ਇੱਕ ਵਿਸ਼ੂ, ਇੱਕ ਇੱਦਾਂ ਦਾ ਇਸ਼ੂ ਇਹਨਾਂ ਦੇ ਹੱਥ ਆ ਚੁੱਕਾ ਹੈ ਕਮਲਾ ਹੈਰਿਸ ਦੇ ਔਰ ਡੈਮੋਕ੍ਰੇਟਸ ਦੇ। ਇਟਸ ਅ ਵਿਸ਼ੀਅਸ ਸਰਕਲ। ਮਤਲਬ ਲੋਕਾਂ ਨੂੰ ਇਹਦੇ 'ਚ ਘੁਮਾ ਦੇਣਾ ਚਾਹੁੰਦੇ ਨੇ, ਇਹ ਤੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੇ। ਇਸ ਕਰਕੇ ਇਹਨਾਂ ਕੋਲ ਇੱਕ ਜ਼ਬਰਦਸਤ ਕਾਰਡ ਹੈ ਜਿਹਨੂੰ ਖੇਡਣਾ ਚਾਹੁੰਦੇ ਨੇ, ਇਮੋਸ਼ਨਲ ਕਾਰਡ। ਤਮਾਮ ਤਰ੍ਹਾਂ ਦੀਆਂ ਗੱਲਾਂ ਟਰੰਪ ਵੱਲੋਂ ਹੁੰਦੀਆਂ ਨੇ, ਬਟ ਦ ਫੈਕਟ ਇਜ਼ ਕਿ ਪਾਲਿਸੀਜ਼ ਤਾਂ ਹੈਗੀਆਂ ਨੇ, ਕਾਨੂੰਨ ਵੀ ਹੈਗੇ ਨੇ, ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਪਬਲਿਕ ਦੀ ਰਾਏ ਕੀ ਹੈ ਇਸ ਬਾਰੇ, ਪਬਲਿਕ ਕੀ ਸੋਚਦੀ ਹੈ ਇਸ ਬਾਰੇ, ਇਸ ਇਸ਼ੂ ਬਾਰੇ ਲੇਡੀਜ਼ ਕੀ ਕਹਿੰਦੀਆਂ ਨੇ। ਗੱਲ ਇੰਨੀ ਕਿਹਾ ਕਿ ਇਸ ਇਸ਼ੂ ਦੇ ਉੱਤੇ ਕਈ ਐਂਗਲਸ ਨੇ। ਪੋਲੀਟੀਕਲ ਐਂਗਲ ਵੀ ਹੋ ਸਕਦਾ ਹੈ, ਰਿਲੀਜੀਅਸ ਐਂਗਲ ਵੀ ਹੋ ਸਕਦਾ ਹੈ, ਕੌਨਸਟੀਟਿਊਸ਼ਨਲ ਐਂਗਲ ਵੀ ਹੋ ਸਕਦਾ ਹੈ, ਸੋਸ਼ਲ ਐਂਗਲ ਵੀ ਹੋ ਸਕਦਾ ਹੈ, ਤਮਾਮ ਤਰ੍ਹਾਂ ਦੇ ਐਂਗਲਸ ਹੋ ਸਕਦੇ ਨੇ। ਔਰ ਹਰ ਐਂਗਲ ਦੀ ਆਪਣੀ ਜਸਟੀਫਿਕੇਸ਼ਨ। ਕੁਝ ਲੋਕ ਇਸ ਦੇ ਹੱਕ ਵਿੱਚ ਨੇ, ਕੁਝ ਦੇ ਇਹਦੇ ਹੱਕ ਵਿੱਚ ਨਹੀਂ ਹੈਗੇ, ਕੁਝ ਦੇ ਆਪਣੇ ਵਿਚਾਰ ਨੇ। ਇੱਕ ਲੇਡੀ ਦੀ ਡੈਥ ਹੋ ਗਈ ਸੀ, ਉਸ ਨੂੰ ਵੀ ਕਾਫੀ ਹਾਈਲਾਈਟ ਕੀਤਾ ਜਾ ਰਿਹਾ ਕਮਲਾ ਹੈਰਿਸ ਦੇ ਕੈਂਪ ਵੱਲੋਂ। ਉਹ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੇਲੇ ਉਸ ਲੇਡੀ ਦੀ ਪ੍ਰੋਪਰ ਮੈਡੀਕੇਸ਼ਨ ਨਹੀਂ ਹੋਈ। ਉਹੀ ਸੇਮ ਐਬੋਰਸ਼ਨ ਇਸ਼ੂ। ਔਰ ਇੱਥੇ ਇੱਕ ਮੈਡੀਕਲ ਪੁਆਇੰਟ ਵੀ ਆ ਜਾਂਦਾ ਹੈ ਕਿ ਕਈ ਵਾਰ ਵਾਕਈ ਐਬੋਰਸ਼ਨ ਦੀ ਲੋੜ ਪੈ ਜਾਂਦੀ ਹੈ ਮਾਂ ਨੂੰ, ਕਿ ਬੱਚੇ ਨੂੰ ਰੱਖਣਾ ਮਾਂ ਦੀ ਸਿਹਤ ਵਾਸਤੇ। ਇਹ ਸਾਰੇ ਮੈਡੀਕਲ ਇਸ਼ੂਜ਼ ਹੋ ਜਾਂਦੇ ਨੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇਹਦੇ ਉੱਤੇ ਇੱਕ ਇਮੋਸ਼ਨਲ ਆਧਾਰ ਤਿਆਰ ਹੋ ਚੁੱਕਾ ਹੈ, ਔਰ ਇਸ ਇਮੋਸ਼ਨਲ ਆਧਾਰ ਦੀ ਘਾਟ ਡੋਨਲਡ ਟਰੰਪ ਕੋਲ ਨਹੀਂ ਹੈ।
ਔਰ ਇਹ ਆਧਾਰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ ਕੈਮਲਾ ਹੈਰਿਸ ਨੂੰ। ਇਸ ਕਰਕੇ ਇਸ ਤੋਂ ਡਰੇ ਹੋਏ ਨੇ ਡੋਨਲਡ ਟਰੰਪ ਕਿ ਇਹ ਇਸ਼ੂ ਪਤਾ ਨਹੀਂ ਕਿੱਧਰ ਰਿਜ਼ਲਟਸ ਨੂੰ ਲੈ ਕੇ ਜਾਏਗਾ। ਔਰ ਐਕਸਪਰਟਸ ਕਹਿੰਦੇ ਨੇ ਕਿ ਇਹ ਵਾਲਾ ਇਸ਼ੂ ਬਹੁਤ ਹੱਦ ਤੱਕ ਗੇਮ ਖੇਡ ਸਕਦਾ ਹੈ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਪ੍ਰਭਾਵ ਪਾਉਣ ਦੇ ਵਿੱਚ। ਨਾਓ ਦੈਟ ਇਜ਼ ਦਾ ਮੈਟਰ। ਔਰ ਖੁੱਲ੍ਹ ਕੇ ਵਰਤਦੇ ਪਏ ਨੇ ਡੈਮੋਕ੍ਰੇਟਸ ਇਸ ਇਸ਼ੂ ਨੂੰ। ਥਾਂ ਥਾਂ ਤੇ ਜਾਂਦੇ ਨੇ ਲੇਡੀ ਵਰਕਰਸ, ਲੇਡੀਜ਼ ਜੋ ਇਹਨਾਂ ਹਾਲਾਤਾਂ ਚੋਂ ਨਿਕਲ ਚੁੱਕੇ ਨੇ, ਉਹਨਾਂ ਦੇ ਵਿਚਾਰ ਕੀ ਨੇ, ਔਰ ਉਸ ਨੂੰ ਬਕਾਇਦਾ ਐਡ ਕੈਂਪੇਨਸ ਦੇ ਵਿੱਚ ਹਾਈਲਾਈਟ ਕੀਤਾ ਜਾਂਦਾ ਹੈ ਇਸ ਇਸ਼ੂ ਨੂੰ ਹੋਰ ਪਾਵਰਫੁਲ ਬਣਾਉਣ ਵਾਸਤੇ। ਹੁਣ ਰੀਸੈਂਟਲੀ ਧਰਨੇ ਪ੍ਰਦਰਸ਼ਨ ਸੌਰਟ ਆਫ ਇਹ ਸਾਰਾ ਮਾਹੌਲ ਬਣਨ ਲੱਗ ਪਿਆ ਹੈ। ਇਲੈਕਸ਼ਨਸ ਦੇ 2 ਹਫ਼ਤੇ ਪਹਿਲਾਂ ਉਸ ਲੇਡੀ ਦੀ ਡੈਥ ਨੂੰ ਲੈ ਕੇ ਜੋ ਮੈਡੀਕਲੀ ਟ੍ਰੀਟਮੈਂਟ ਜਿਸ ਨੂੰ ਚਾਹੀਦਾ ਸੀ ਉਹਨੂੰ ਨਹੀਂ ਮਿਲਿਆ ਔਰ ਉਸ ਦੀ ਡੈਥ ਹੁੰਦੀ ਹੈ। ਸੋ ਇਸ ਇਸ਼ੂ ਦੇ ਉੱਤੇ ਖਾਸ ਤੌਰ ਤੇ ਤਵੱਜੋ ਦਿੱਤੀ ਜਾ ਰਹੀ ਹੈ। ਔਰ ਜੇਡੀ ਦਾ ਰਿਮਾਰਕ ਇਹ ਬਹੁਤ ਹੀ ਇਸ ਨੂੰ ਜੇ ਆਪਾਂ ਸਿੱਧੀ ਪੱਧਰੀ ਭਾਸ਼ਾ 'ਚ ਕਹੀਏ ਇੱਕ ਘਟੀਆ ਤਰ੍ਹਾਂ ਦਾ ਫਰੇਜ਼ ਹੈ ਜੋ ਕਿ ਸ਼ੋਭਾ ਨਹੀਂ ਦਿੰਦਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ, ਇਲੈਕਸ਼ਨ ਕੈਂਪੇਨ ਦੇ ਵਿੱਚ ਇਸ ਲੈਵਲ ਦੀ ਮਾਨਸਿਕਤਾ, ਇਸ ਲੈਵਲ ਦੀ ਗੱਲਬਾਤ। ਔਰ ਕਿਤੇ ਨਾ ਕਿਤੇ ਡੋਨਲਡ ਟਰੰਪ ਵੀ ਇਸੇ ਤਰ੍ਹਾਂ ਦੀ ਗੱਲਬਾਤ ਦਾ ਪ੍ਰਦਰਸ਼ਨ ਕਰਦੇ ਹੋਏ ਚੰਗੇ ਨਹੀਂ ਲੱਗਦੇ, ਕਿਉਂਕਿ ਪ੍ਰੈਜ਼ੀਡੈਂਟ ਆਫ ਅਮਰੀਕਾ ਦੇ ਵਿਚਾਰ ਕਿੱਦਾਂ ਦੇ ਹੋਣੇ ਚਾਹੀਦੇ ਨੇ, ਜੇ ਉਹ ਬਣਦੇ ਨੇ ਤਾਂ ਉਹ ਸੂਟ ਹੀ ਨਹੀਂ ਕਰਦੇ ਇਹ ਵਿਚਾਰ। ਸੋ ਇਸ ਇਸ਼ੂ ਦੇ ਉੱਤੇ ਖਾਸ ਤੌਰ ਤੇ ਮਾਹੌਲ ਪੱਖਿਆ ਹੋਇਆ ਹੈ। ਇਕਨੋਮੀ ਦੇ ਨਾਲ ਨਾਲ ਇਹ ਇਸ਼ੂ ਖਾਸ ਤਵੱਜੋ ਦੇਣ ਦੇ ਲਾਇਕ ਹੈ। ਸੋ ਇਹਦੇ ਉੱਤੇ ਹੀ ਵੋਟਰਸ ਨੂੰ ਵੀ ਦੇਖਣਾ ਪਏਗਾ, ਕਿਉਂਕਿ ਇੱਕ ਤਰ੍ਹਾਂ ਨਾਲ ਇਹ ਸਿਰਫ ਇਸ਼ੂ ਨਹੀਂ ਆ, ਇਹ ਪੂਰੀ ਇੱਕ ਲੇਡੀ ਦੀ ਜੀਵਨ ਦੀ ਕਹਾਣੀ ਹੈ, ਇੱਕ ਉਹਦੀ ਕਲਚਰ ਦੀ ਕਹਾਣੀ ਹੈ, ਉਹਦੇ ਰਾਈਟਸ ਦੀ ਕਹਾਣੀ ਹੈ ਨਾ। ਐਬੋਰਸ਼ਨ ਦੇ ਰਾਈਟਸ, ਆਫ ਕੋਰਸ ਜੋ ਐਬੋਰਸ਼ਨ ਹੋ ਰਿਹਾ ਹੈ ਉਹਦੇ 'ਚ ਇੱਕ ਜੀਵ ਹੈ, ਉਹਦੀ ਜਾਨ ਜਾ ਰਹੀ ਹੈ, ਇਹ ਵੀ ਉਹਦੇ ਨਾਲ ਇਸ਼ੂ ਹੈ। ਸੋ ਇਹ तमाम ਗੱਲਾਂ ਉੱਥੇ ਹਿਊਮਨ ਰਾਈਟਸ ਦੇ ਇਸ਼ੂ ਆ ਜਾਂਦੇ ਨੇ ਕਿ ਜੋ ਹਜੇ ਪੈਦਾ ਹੀ ਨਹੀਂ ਹੋਇਆ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ। ਸੋ ਇਹ ਸਾਰੀਆਂ ਗੱਲਾਂ ਕੁਝ ਕੰਪਲਿਕੇਟਡ ਮੈਟਰਸ ਵੀ ਨੇ, ਉਹਦੇ 'ਚ ਰਿਲੀਜਨ ਆ ਜਾਏਗਾ, ਸੋਸ਼ਲ ਫੈਬਰਿਕ ਆ ਜਾਏਗਾ, तमाम ਤਰ੍ਹਾਂ ਦੀਆਂ ਗੱਲਾਂ ਨੇ। ਸੋ ਕੁਝ ਵੀ ਹੋਵੇ ਇਹ ਬੜੀ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪੋਲੀਟੀਕਲ ਇਸ਼ੂ ਤੋਂ ਉੱਤੇ ਹਿਊਮੈਨਿਟੀ ਨਾਲ ਜੁੜਿਆ ਹੋਇਆ ਇਸ਼ੂ ਹੈ। ਇਹ ਕੋਈ ਮਕੈਨੀਕਲ ਲਾਈਫ ਨਹੀਂ ਆ, ਇਹ ਜਿਉਂਦੀ ਜਾਗਦੀ ਸਾਹ ਲੈਂਦੀ ਲਾਈਫ ਹੈ। ਇਹ ਉਹਦੇ ਬਾਰੇ ਡਿਸੀਜ਼ਨ ਹੈ ਕਿ ਇੱਕ ਨਵੀਂ ਜ਼ਿੰਦਗੀ ਨੂੰ ਦੁਨੀਆ 'ਚ ਆਉਣ ਤੋਂ ਪਹਿਲਾਂ ਰੋਕ ਦਿੰਦੇ ਹੋ ਤੁਸੀਂ। ਔਰ ਕਈ ਲੋਕ ਤੇ ਇਹਨੂੰ ਕਹਿੰਦੇ ਨੇ ਕਿ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਹੈ ਉਹ ਇੱਕ ਜਿਉਂਦਾ ਜਾਗਦਾ ਇਨਸਾਨ ਹੈ, ਤੁਸੀਂ ਐਬੋਰਸ਼ਨ ਕਰਦੇ ਹੋ ਤੇ ਉਹਨੂੰ ਮਰਡਰ ਕਰ ਦਿੰਦੇ ਹੋ, ਇਟ ਇਜ਼ ਅ ਮਰਡਰ। तमाम ਤਰ੍ਹਾਂ ਦੀਆਂ ਗੱਲਾਂ ਨੇ, तमाम ਤਰ੍ਹਾਂ ਦੇ ਐਂਗਲ ਨੇ। ਇਹ ਬੜਾ ਇਮੋਸ਼ਨਲ ਇਸ਼ੂ ਹੈ, ਬੜਾ ਸੈਂਸਿਟਿਵ ਇਸ਼ੂ ਹੈ, ਔਰ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਕੰਪਲਿਕੇਟਡ ਐਂਡ ਸੈਂਸਿਟਿਵ ਐਂਡ ਰਿਸਕੀ ਬਣਿਆ ਹੋਇਆ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਟਰੰਪ ਦੇ ਸਾਥੀ, ਰਿਚੈਸਟ ਮੈਨ ਆਫ ਦ ਵਰਲਡ, ਮਸਕ ਨੂੰ ਕਹਿੰਦੇ ਅੱਜ ਕੱਲ੍ਹ ਨਾ ਬਿਜ਼ਨਸਮੈਨ ਤਾਂ ਹੈਗੇ ਹੀ ਨੇ ਔਰ ਟੈਕਨੀਕਲ ਪਰਸਨ ਵੀ ਹੈਗੇ ਨੇ, ਕਿਉਂਕਿ ਸਪੇਸ ਸਾਇੰਸ ਦੇ ਨਾਲ ਉਹਨਾਂ ਦਾ ਡੀਲ ਹੈ। ਔਰ ਅੱਜ ਕੱਲ੍ਹ ਪੋਲੀਟੀਕਲ ਬਣਨ ਦਾ ਉਹਨਾਂ ਨੂੰ ਬੜਾ ਸ਼ੌਕ ਚੜਿਆ ਹੋਇਆ। ਕਦੀ ਰਜਿਸਟਰਡ ਵੋਟਰਸ ਦੀ ਗੱਲ ਕਰਨਗੇ, ਕਦੀ ਟਰੰਪ ਨੂੰ ਸਪੋਰਟ ਕਰਦੇ ਹੋਏ ਇੰਨੀਆਂ ਡੋਨੇਸ਼ਨਸ ਦੇ ਦੇਣਗੇ। ਆਹ ਹੁਣ ਨਵਾਂ ਇੱਕ ਸ਼ਕੂਫਾ ਛੱਡਿਆ ਹੋਇਆ, ਹਰ ਦਿਨ 1 ਲੱਖ 1 ਮਿਲੀਅਨ ਅਮਰੀਕਨ ਡਾਲਰ, ਪਤਾ ਨਹੀਂ ਕਿੰਨੇ ਕੁ ਵੰਡਣੇ ਨੇ, ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਕਿਉਂਕਿ ਪੈਸਾ ਬਹੁਤ ਆ। ਸੋ ਇਸ ਚੀਜ਼ ਨੂੰ ਕਿਹਾ ਜਾ ਰਿਹਾ ਕਿ ਇਹ ਇਲੀਗਲ ਆ, ਇਹ ਡਾਰਕ ਮਨੀ ਆ, ਔਰ ਇਲੈਕਸ਼ਨ ਲਾਜ਼ ਇਸ ਦੀ ਪਰਮਿਸ਼ਨ ਨਹੀਂ ਦਿੰਦੇ। ਮਸਕ ਇਹ ਕਿਉਂ ਕਰ ਰਹੇ ਨੇ, ਉਹਨਾਂ ਨੂੰ ਕੀ ਬੈਨੀਫਿਟ ਚਾਹੀਦਾ ਹੈ, ਇਹ ਸਟਾਪ ਹੋਣਾ ਚਾਹੀਦਾ, ਇਹਦੇ ਪਿੱਛੇ ਮਨਸ਼ਾ ਕੀ ਹੈ। ਔਰ ਮਸਕ ਇਹ ਜਾਣਦੇ ਨੇ ਕਿ ਉਹਨਾਂ ਦਾ ਬ੍ਰਾਂਡ, ਉਹਨਾਂ ਦਾ ਪੈਸਾ ਇਸ ਵਕਤ ਪੂਰੀ ਤਰ੍ਹਾਂ ਐਕਸਪੋਜ਼ਡ ਆ ਸਾਰੀ ਦੁਨੀਆ ਸਾਹਮਣੇ। ਜੋ ਕਰ ਰਹੇ ਨੇ ਉਹਨਾਂ ਦਾ ਬਿਹੇਵੀਅਰ ਸਭ ਨੂੰ ਪਤਾ ਲੱਗ ਰਿਹਾ ਕਿ ਉਹ ਡੋਨਲਡ ਟਰੰਪ ਨੂੰ ਖੁੱਲ੍ਹ ਕੇ ਸਪੋਰਟ ਕਰ ਰਹੇ ਨੇ, ਇਹ ਉਹਨਾਂ ਦੀ ਸਾਈਡ ਦੇ ਉੱਤੇ ਨੇ। ਸੋ ਹੁਣ ਇਹ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ, ਇਹ ਕਿੱਦਾਂ ਦਾ ਫਿਊਚਰ ਹੋ ਸਕਦਾ ਹੈ ਅਮਰੀਕਾ ਦੀਆਂ ਇਲੈਕਸ਼ਨਸ ਦਾ। ਇਹ ਵੋਟਾਂ ਖਰੀਦੀਆਂ ਜਾ ਰਹੀਆਂ ਨੇ, ਮਤਲਬ ਸਿੱਧੀ ਸਾਦੀ ਗੱਲ ਇਹ ਲੋਕ ਕਹਿ ਰਹੇ ਨੇ ਫ੍ਰੀ ਬੀਜ਼ ਪੋਲੀਟਿਕਸ ਆ। ਔਰ ਨੈਕਸਟ 4 ਇਅਰਸ ਵਾਸਤੇ ਇਹ ਕਿੱਦਾਂ ਦਾ ਪ੍ਰੈਜ਼ੀਡੈਂਟ ਅਸੀਂ ਚੁਣਨ ਜਾ ਰਹੇ ਹਾਂ ਜਿਨ੍ਹਾਂ ਵਾਸਤੇ ਇਹ ਇੱਦਾਂ ਦੀ ਗੇਮ ਚੱਲਦੀ ਪਈ ਹੈ। ਔਰ ਪੂਰੀ ਦੁਨੀਆ ਇਸ ਨੂੰ ਪਸੰਦ ਕਰ ਰਹੀ ਹੈ ਕਿ ਨਹੀਂ ਕਰ ਰਹੀ, ਪੂਰੀ ਦੁਨੀਆ ਇਸ ਮੈਟਰ ਨੂੰ ਕਿੱਦਾਂ ਦੇਖ ਰਹੀ ਹੈ ਕਿ ਨਹੀਂ ਦੇਖ ਰਹੀ, ਇਹ ਇੱਕ ਬਹੁਤ ਵੱਡਾ ਸਵਾਲ ਹੋ ਸਕਦਾ ਹੈ, ਕਿਉਂਕਿ ਇਹ ਇੱਕ ਸਿਗਨੀਫਿਕੈਂਟ ਗੱਲ ਆ, ਬਹੁਤ ਹੀ ਇੰਪੋਰਟੈਂਟ ਗੱਲ ਆ। ਔਰ
ਪਹਿਲਾਂ ਜਿਹੜੀ ਇਮੇਜ ਸੀ ਮਸਕ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਇੱਕ ਟੈਕਨੀਕਲ ਜੀਨੀਅਸ ਦੀ ਹੈ ਜੋ ਬਹੁਤ ਵੱਡੇ ਕੰਮ ਕਰਦੇ ਨੇ। ਇਹ ਉਹਨਾਂ ਦੀ ਇਮੇਜ ਹੈ ਜੋ ਉਹਨਾਂ ਨੇ ਖੁਦ ਕਲਟੀਵੇਟ ਕੀਤੀ ਹੈ, ਔਰ ਉਦੋਂ ਪੋਲਿਟਿਕਸ ਸਾਈਡ ਲਾਈਨ 'ਤੇ ਸੀ। ਔਰ ਹੁਣ ਜਿੱਦਾਂ ਕਸਮ ਖਾਧੀ ਹੋਈ ਹੈ ਕਿ ਮੈਂ ਟਰੰਪ ਨੂੰ ਸਪੋਰਟ ਕਰਨਾ ਹੀ ਕਰਨਾ ਹੈ। ਔਰ ਇਸ ਬਿਜ਼ਨਸਮੈਨ ਨੇ ਯਾਨੀ ਕਿ ਐਲਨ ਮਸਕ ਨੇ ਆਪਣਾ ਇੰਨਾ ਟਾਈਮ ਇਨਵੈਸਟ ਕਰਕੇ ਰੱਖ ਦਿੱਤਾ ਹੈ ਡੋਨਲਡ ਟਰੰਪ ਦੇ ਉੱਤੇ। ਆਪਰੇਸ਼ਨਲ ਟਾਈਮ, ਜੋ ਟਾਈਮ ਉਹ ਆਪਣੇ ਬਿਜ਼ਨਸ ਨੂੰ ਦੇ ਸਕਦੇ ਨੇ ਉਹ ਇਲੈਕਸ਼ਨ ਦੇ ਉੱਤੇ ਦੇ ਰਹੇ ਨੇ। ਜੋ ਪੈਸਾ ਉਹ ਬਿਜ਼ਨਸ ਦੇ ਉੱਤੇ ਖਰਚ ਕਰ ਸਕਦੇ ਨੇ ਇਲੈਕਸ਼ਨ ਦੇ ਉੱਤੇ ਖਰਚ ਕਰ ਰਹੇ। ਐਲਨ ਮਸਕ ਜੋ ਆਪਣਾ ਇੰਨਾ ਕੀਮਤੀ ਸਮਾਂ ਲਗਾ ਰਹੇ ਨੇ ਇਲੈਕਸ਼ਨਸ ਦੇ ਉੱਤੇ ਡੋਨਲਡ ਟਰੰਪ ਦੇ ਉੱਤੇ, ਉਹ ਇਹ ਸਮਾਂ ਆਪਣੇ ਬਿਜ਼ਨਸ ਨੂੰ ਦੇ ਸਕਦੇ ਸੀ। ਔਰ ਇੰਨਾ ਪੈਸਾ ਜੋ ਲਗਾ ਰਹੇ ਨੇ ਉਹ ਆਪਣੇ ਬਿਜ਼ਨਸ ਦੇ ਉੱਤੇ ਲਗਾ ਸਕਦੇ ਸੀ। ਬਟ ਇਹ ਪੋਲਿਟਿਕਸ ਨੂੰ ਕਿਉਂ ਪ੍ਰੈਫਰ ਕਰਦੇ ਪਏ ਨੇ? ਪਹਿਲਾਂ ਵੀ ਬਿਹਾਈਂਡ ਸੀਨਸ, ਪਿੱਛੋਂ ਪਰਦੇ ਦੇ ਪਿੱਛੇ ਰਹਿ ਕੇ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੇ ਰਹੇ ਨੇ। ਇਟਸ ਅ ਓਪਨ ਸੀਕ੍ਰੇਟ। ਬਟ ਨਾਓ ਸਰੇਆਮ ਖੁੱਲ੍ਹੇ ਤੌਰ 'ਤੇ ਆ ਕੇ ਇੰਡੀਵਿਜੂਅਲੀ ਡੋਨੇਸ਼ਨਸ ਦੇ ਰਹੇ ਨੇ। ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਐਲਨ ਮਸਕ ਸਪੋਰਟ ਕਰ ਰਹੇ ਨੇ ਟਰੰਪ ਨੂੰ, ਔਰ ਡੋਰ ਟੂ ਡੋਰ ਜਾ ਰਹੇ ਨੇ ਉਹਨਾਂ ਦੀ ਕੈਂਪੇਨਸ ਦੇ ਵਿੱਚ, ਔਰ ਸਵਿੰਗ ਸਟੇਟਸ ਦੇ ਵਿੱਚ ਖਾਸ ਕਰਕੇ ਜਾ ਰਹੇ ਨੇ। ਔਰ ਕੈਂਪੇਨਸ ਦੇ ਵਿੱਚ ਇਹ ਹੋਪ ਕਰਦੇ ਨੇ ਕਿ ਉਹ ਵੋਟਰਸ ਨੂੰ ਮੋਬਿਲਾਈਜ਼ ਕਰ ਲੈਣਗੇ ਔਰ 8 ਲੱਖ ਵੋਟਰਸ ਦੇ ਕਰੀਬ ਮੋਬਿਲਾਈਜ਼ ਕਰਕੇ ਡੋਨਲਡ ਟਰੰਪ ਦੇ ਖੇਮੇ 'ਚ, ਉਹਨਾਂ ਦੇ ਕੈਂਪ ਦੇ ਵਿੱਚ ਲੈ ਆਣਗੇ। ਸੋ ਇੰਨਾ ਟਾਈਮ, ਇੰਨਾ ਪੈਸਾ, ਇੰਨੀ ਓਪਨ ਸਪੋਰਟ, ਔਰ ਪੋਲੀਟੀਕਲੀ ਪਹਿਲਾਂ ਪਰਦੇ ਦੇ ਪਿੱਛੇ ਸੀ, ਹੁਣ ਸਰੇਆਮ ਓਪਨ। ਵਾਟ ਇਜ਼ ਦਾ ਰੀਜ਼ਨ? ਕਿਉਂ ਕਰਦੇ ਪਏ ਨੇ? ਉਹਨਾਂ ਨੂੰ ਇਹ ਕੀ ਚਾਹੀਦਾ ਹੈ? ਕੀ ਕਰਵਾਉਣਾ ਚਾਹੁੰਦੇ ਨੇ ਡੋਨਲਡ ਟਰੰਪ ਤੋਂ? ਇਹ ਗੱਲ ਸੋਚਣ ਵਾਲੀ ਹੈ। ਔਰ ਖਾਸ ਤੌਰ 'ਤੇ ਜਿਹੜੇ ਓਪੋਨੈਂਟਸ ਇਹ ਗੱਲ ਸੋਚਦੇ ਨੇ ਕਿ ਇਹ ਲੀਗਲ ਹੈ, ਲਾਅ ਪਰਮਿਟ ਕਰਦਾ ਹੈ ਜਾਂ ਨਹੀਂ, ਔਰ ਇਹਦੇ ਖਿਲਾਫ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਔਰ ਇੱਕ ਬਹੁਤ ਵੱਡਾ ਕੁਐਸਚਨ ਇਹ ਹੈ ਕਿ ਜੇ ਡੋਨਲਡ ਟਰੰਪ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਉਹਨਾਂ ਦੀਆਂ ਨੀਤੀਆਂ ਕਿੱਦਾਂ ਦੀਆਂ ਹੋਣਗੀਆਂ? ਆਮ ਲੋਕਾਂ ਵਾਸਤੇ ਹੋਣਗੀਆਂ ਜਾਂ ਫਿਰ ਇੰਨਾ ਵੱਡੇ ਵੱਡੇ ਲੋਕਾਂ ਵਾਸਤੇ ਹੋਣਗੀਆਂ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਪਏ ਨੇ? ਇਹ ਇੱਕ ਬਹੁਤ ਵੱਡਾ ਰੀਜ਼ਨ ਹੈ। ਔਰ ਇੱਕ ਚੀਜ਼ ਦੇ ਉੱਤੇ ਖਾਸ ਤੌਰ 'ਤੇ ਜ਼ੋਰ ਦੇਣ ਵਾਲੀ ਹੈ ਕਿ ਰਸ਼ੀਆ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਿਲੇਸ਼ਨਸ। ਜੇ ਤੁਸੀਂ ਦੇਖੋ ਨਾ, ਬਹੁਤ ਜੇ ਨਕਸ਼ਾ ਦੇਖੋ ਤੁਸੀਂ, ਵਰਲਡ ਮੈਪ ਦੇਖੋ, ਤਾਂ ਕੋਈ ਖਾਸ ਦੂਰੀ ਨਹੀਂ ਹੈ ਰਸ਼ੀਆ ਤੇ ਅਮਰੀਕਾ ਦੀ, ਬਟ ਦਿਲੋਂ ਦੂਰ ਨੇ। ਸੋ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਪੁਤਿਨ ਹੈਗੇ ਨੇ। ਔਰ ਪਹਿਲਾਂ ਵੀ ਜਦੋਂ ਡੋਨਲਡ ਟਰੰਪ ਜੋ ਬਾਈਡਨ ਦੇ ਨਾਲ ਲੜ ਰਹੇ ਸੀ 2020 ਦੇ ਵਿੱਚ, ਉਦੋਂ ਵੀ ਬਹੁਤ ਜ਼ਿਆਦਾ ਹੋਪਫੁਲ ਸੀਗੀ ਰਸ਼ੀਅਨ ਐਡਮਿਨਿਸਟ੍ਰੇਸ਼ਨ ਕਿ ਡੋਨਲਡ ਟਰੰਪ ਆਉਣਗੇ ਔਰ ਉਹਨਾਂ ਦੇ ਅਮਰੀਕਾ ਨਾਲ ਸੰਬੰਧ ਸੁਖਾਵੇਂ ਹੋ ਜਾਣਗੇ, ਪਰ ਉਹ ਨਹੀਂ ਆਏ। ਔਰ ਇਸ ਵਾਰ ਦੇਖੋ ਕੀ ਬਣਦਾ ਹੈ। ਪਰ ਇਹ ਗੱਲ ਐਕਸਪਰਟਸ ਮੰਨਦੇ ਨੇ ਕਿ ਰਸ਼ੀਆ ਚਾਹੁੰਦਾ ਹੈ ਕਿ ਡੋਨਲਡ ਟਰੰਪ ਬਣਨ ਅਮਰੀਕਾ ਦੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ। ਔਰ ਇਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ? ਕੀ ਪੋਲਿਟਿਕਸ ਹੋ ਸਕਦਾ ਹੈ? ਕੀ ਵਪਾਰ ਹੋ ਸਕਦਾ ਹੈ? ਇਹ ਸੋਚਣ ਵਾਲੀ ਗੱਲ ਹੈ। ਔਰ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਟਰੰਪ ਦੀਆਂ ਨਜ਼ਦੀਕੀਆਂ ਹੈਗੀਆਂ ਨੇ ਪੁਤਿਨ ਦੇ ਨਾਲ। ਵਾਈ? ਦੈਟ ਇਜ਼ ਮੋਰ ਇੰਪੋਰਟੈਂਟ। ਔਰ ਇੱਕ ਜੋ ਕਰਕਸ ਵਾਲੀ ਗੱਲ ਇਹ ਹੈ ਕਿ ਜਦੋਂ ਡੋਨਲਡ ਟਰੰਪ ਸੀਗੇ ਅਮਰੀਕਾ ਦੇ ਪ੍ਰੈਜ਼ੀਡੈਂਟ ਔਰ ਹੁਣ ਜੋ ਬਾਈਡਨ ਹੈਗੇ ਨੇ, ਤਾਂ ਦੋਨਾਂ ਦੀਆਂ ਇਕਨੋਮਿਕ ਪਾਲਿਸੀਜ਼ ਕਿਹਦੀਆਂ ਬੈਟਰ ਨੇ ਤੇ ਕਿਹਦੀਆਂ ਮਾੜੀਆਂ ਨੇ, ਇਹਦੇ ਉੱਤੇ ਗੱਲ ਜ਼ਰੂਰ ਹੁੰਦੀ ਆ। ਔਰ ਕਿਹਾ ਜਾਂਦਾ ਹੈ ਕਿ ਜਦੋਂ ਡੋਨਲਡ ਟਰੰਪ ਸੀਗੇ ਉਹਨਾਂ ਦੇ ਆਖਰੀ ਵਕਤ ਦੇ ਵਿੱਚ, ਜਦੋਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਖਤਮ ਹੋਣ ਵਾਲੀ ਹੈ, ਉਦੋਂ ਕਰੋਨਾ ਵਾਇਰਸ ਆ ਗਿਆ। ਔਰ ਹੁਣ ਜਦੋਂ ਜੋ ਬਾਈਡਨ ਨੇ, ਵਾਰਸ ਚੱਲਦੀਆਂ ਪਈਆਂ ਨੇ, ਵਾਰਸ ਦੇ ਨਾਲ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਇਨਫਲੇਸ਼ਨ ਹੈ ਨਾ, ਇਹ ਸਭ ਮਹਿੰਗਾਈ ਹੈ ਔਰ ਇਕਨੋਮਿਕਲੀ ਬਹੁਤ ਟਾਈਟ ਕੰਡੀਸ਼ਨ ਚੱਲਦੀ ਪਈ ਹੈ। ਇਸ ਕਰਕੇ ਕਿਹੜੀ ਇਕਨੋਮੀ ਕਿੱਥੇ ਖੜੀ ਹੈ, ਡੋਨਲਡ ਟਰੰਪ ਦੀ ਕਿੱਥੇ ਖੜੀ ਹੈ, ਵੇਜਿਸ ਕੀ ਨੇ, ਇੰਪਲੋਇਮੈਂਟ ਦਾ ਕੀ ਹਾਲ ਹੈ, ਜਿਹੜੀ ਫਾਈਨੈਂਸ਼ੀਅਲ ਮਾਰਕੀਟ ਹੈ ਉਹਦਾ ਕੀ ਹਾਲ ਹੈ, ਇਨਫਲੇਸ਼ਨ ਦਾ ਕੀ ਹਾਲ ਹੈ, ਇਕਨੋਮਿਕ ਗਰੋਥ ਦਾ ਕੀ ਹਾਲ ਹੈ। ਬਹੁਤ ਸਾਰੇ ਫੈਕਟਰਸ ਨੇ ਜਿਹਨਾਂ ਨੂੰ ਡਿਸਕਸ ਕੀਤਾ ਜਾ ਸਕਦਾ। ਬਟ ਇਹ ਹੈ ਕਿ ਜੋ ਪੂਰੀ ਦੁਨੀਆ ਦਾ ਹਾਲ ਹੈ ਉਹੀ ਉਹਨਾਂ ਦਾ ਹਾਲ ਹੈ। ਚਾਹੇ ਉਹ ਡੋਨਲਡ ਟਰੰਪ ਦੀ ਇਕਨੋਮੀ ਦੇਖ ਲਓ, ਚਾਹੇ ਉਹ ਬਾਈਡਨ ਦੀ ਇਕਨੋਮੀ ਦੇਖ ਲਓ, ਸਟ੍ਰੈਸ ਆ, ਟੈਨਸ਼ਨ ਆ। ਹੁਣ ਦੇਖੋ ਇਨਵੈਸਟਰਸ ਕੀ ਸੋਚਦੇ ਪਏ ਨੇ, ਵੇਟ ਐਂਡ ਸੀ। ਹੁਣ ਇੱਥੋਂ ਇਲੈਕਸ਼ਨਸ ਦੇ ਰਿਜ਼ਲਟ ਤੋਂ ਬਾਅਦ ਜੋ ਸਾਹਮਣੇ ਆਏਗਾ ਉਹ ਚੀਜ਼ ਹੋਏਗੀ। ਔਰ ਇੱਕ ਸਟਾਰ ਕੁਐਸਚਨ ਕਿ ਵਾਕਈ ਜਦੋਂ ਡੋਨਲਡ ਟਰੰਪ ਬਣ ਜਾਣਗੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਜਿਹੜੇ ਇਮੀਗ੍ਰੈਂਟਸ ਨੇ 1 ਮਿਲੀਅਨ, ਉਹਨਾਂ ਨੂੰ ਕੱਢ ਦੇਣਗੇ ਅਮਰੀਕਾ ਦੇ ਵਿੱਚੋਂ। ਲੀਗਲ ਚੈਲੰਜਸ ਕੀ ਨੇ, ਇਲੀਗਲ ਇਮੀਗ੍ਰੈਂਟਸ ਕੌਣ ਨੇ, ਲੌਜਿਸਟਿਕਲੀ ਇਸ ਨੂੰ ਆਪਾਂ ਕਿੱਦਾਂ ਦੇ ਸਕਦੇ ਹਾਂ, ਲੀਗਲੀ ਕਿੱਦਾਂ ਦੇਖ ਸਕਦੇ ਹਾਂ, ਇਹਦੀ ਫਾਈਨੈਂਸ਼ੀਅਲ ਤੇ ਪੋਲੀਟੀਕਲ ਕਾਸਟ ਕੀ ਹੋ ਸਕਦੀ ਹੈ ਜੋ ਪੇ ਕਰਨੀ ਪੈ ਸਕਦੀ ਹੈ ਦੋਨੋਂ ਪਾਰਟੀਜ਼ ਨੂੰ।
ਸੋ ਇਹ ਇੰਨੇ ਵੱਡੇ ਲੈਵਲ ਤੇ ਮਾਸ ਲੈਵਲ ਦੇ ਉੱਤੇ ਤੁਸੀਂ ਡਿਪੋਰਟ ਕਰ ਸਕਦੇ ਹੋ, ਬਾਹਰ ਕੱਢ ਸਕਦੇ ਹੋ ਅਮਰੀਕਾ ਦੇ ਵਿੱਚੋਂ ਇਹਨਾਂ ਪ੍ਰਵਾਸੀਆਂ ਨੂੰ। ਇਹ ਚੀਜ਼ ਦੇਖਣ ਵਾਲੀ ਆ। ਔਰ ਤਕਰੀਬਨ 5 ਲੱਖ ਦੇ ਕਰੀਬ ਲੋਕ ਆਉਣ ਵਾਸਤੇ ਤਿਆਰ ਨੇ, ਉਹਨਾਂ ਦੇ ਬੱਚੇ ਆਉਣ ਵਾਸਤੇ ਤਿਆਰ ਨੇ ਅਨਡਾਕੂਮੈਂਟਡ। ਔਰ ਬਾਈਡਨ ਪ੍ਰਸ਼ਾਸਨ ਉਹਨਾਂ ਦੇ ਹੱਕ ਦੇ ਵਿੱਚ ਖੜਾ ਔਰ ਕੇਸਿਸ ਚੱਲਦੇ ਪਏ ਨੇ ਔਰ ਉਹਨਾਂ ਦੇ ਉੱਤੇ ਪੌਜ਼ ਹੈ ਕਿਉਂਕਿ ਡੋਨਲਡ ਟਰੰਪ ਦੀ ਟੀਮ ਨੇ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਲਿੱਤਾ ਹੋਇਆ ਹੈ। ਜੋ ਬਾਈਡਨ ਕਹਿੰਦੇ ਨੇ ਕਿ ਇਹ ਮੋਰਲੀ ਔਰ ਐਥੀਕਲੀ ਗਲਤ ਹੈ, ਪਰ ਡੋਨਲਡ ਟਰੰਪ ਕਹਿੰਦੇ ਨੇ ਕਿ ਮੇਰੀਆਂ ਪਾਲਿਸੀਜ਼ ਇਮੀਗ੍ਰੇਸ਼ਨ ਨੂੰ ਜੋ ਜੁੜੀਆਂ ਹੋਈਆਂ ਨੇ ਉਹ ਅਮਰੀਕਾ ਦੇ ਫਿਊਚਰ ਵਾਸਤੇ ਸੋਚਦੀਆਂ ਪਈਆਂ। ਸੋ ਇਮੀਗ੍ਰੈਂਟਸ ਦਾ ਮਸਲਾ ਵੀ ਖਾਸ ਮਸਲਾ ਹੈ। ਇਹ ਹਨ ਕੁਝ ਇੰਟਰਨੈਸ਼ਨਲ ਅਪਡੇਟਸ ਜੋ ਖਾਸ ਤੌਰ ਤੇ ਫੋਕਸਡ ਨੇ ਅਮਰੀਕਨ ਇਲੈਕਸ਼ਨਸ ਦੇ, ਪ੍ਰੈਜ਼ੀਡੈਂਟ ਦੀ ਇਲੈਕਸ਼ਨਸ 2024 ਔਰ ਨਵੰਬਰ 5 ਡੇਟ ਸਭ ਨੂੰ ਯਾਦ ਹੈ। ਸੋ ਇਸ ਪ੍ਰੋਗਰਾਮ ਬਾਰੇ ਆਪਣੇ ਸਾਰੇ ਵਿਚਾਰ, ਆਪਣੇ ਮੁੱਦਿਆਂ ਦੇ ਸਾਰੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਟਰਨੈਸ਼ਨਲ ਅਪਡੇਟਸ ਲੈ ਕੇ ਮੈਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।